ਜੂਨ 1984 ਵਾਲੀ ਕਾਰਵਾਈ ਟਾਲੀ ਜਾ ਸਕਦੀ ਸੀ? ਮੈਂ ਕਹਿੰਦਾ ਟਾਲਣ ਤੋਂ ਪਹਿਲਾਂ ਇਹਨੂੰ ਛੇਤੀ ਕਰਾਉਣ ਦੀ ਜਿਹੜੀ ਕਾਹਲੀ ਚ ਕੌਣ ਸੀਗੇ। ਇੰਦਰਾ ਗਾਂਧੀ ਕਹਿੰਦੀ ਮੈਨੂੰ ਚਿੰਤਾ ਇਸ ਗੱਲ ਦੀ ਸੀ ਵੀ ਇਹ ਤੇ ਹਿੰਦੂਆਂ ਦਾ ਕੀ ਬਣੇਗਾ, ਵੀ ਜਿਹੜੇ ਰਾਜ ਕਰਦੇ ਘਰਾਣੇ ਸੀ ਸਿੱਖਾਂ ਤੇ ਉਹਨਾਂ ਦੇ ਹੇਠੋਂ ਜ਼ਮੀਨ ਖਿਸਕ ਰਹੀ ਸੀ। ਜ਼ਮੀਨ ਖਿਸਕਾ ਰਹੇ ਸਨ ਜਰਨੈਲ ਸਿੰਘ। ਵੀ ਮੈਂ ਆਪਣੇ ਕੰਨਾਂ ਨਾਲ ਸੁਣਿਆ ਸੰਤ ਇਹਨੂੰ ਹਰਚੰਦ ਸਿੰਘ ਲੌਂਗੋਵਾਲ ਨੂੰ ਇੰਦਰਾ ਗਾਂਧੀ ਨਾਲ ਟੈਲੀਫੋਨ ਤੇ ਗੱਲਾਂ ਕਰਦੇ ਵੀ ਤੁਸੀਂ ਜੀ ਹੁਣ ਛੇਤੀ ਕਰੋ, ਡਿਲੇ ਨਾ ਕਰੋ, ਇਹ ਛੇਤੀ ਕਰ ਦਿਓ। ਆਰਮੀ ਵਾਲਿਆਂ ਨੇ ਇਹਨੂੰ ਪੁੱਛਿਆ ਵੀ ਤੁਸੀਂ ਜਰਨੈਲ ਸਿੰਘ ਨੂੰ ਕਹੋ ਜਾ ਕੇ ਵੀ ਉੱਥੋਂ ਛੱਡ ਦੇਵੇ ਤੇ ਐਂ ਕਰ ਦੇ। ਟੌੜਾ ਕਹਿੰਦਾ ਉਹ ਸਾਡੇ ਤੋਂ ਬਘਿਆੜ ਸਾਡੀ ਨਹੀਂ ਮੰਨਦਾ। ਪਹਿਲਾਂ ਆਰਮੀ ਨੇ ਉਹਨੂੰ ਫੜਿਆ ਟੌੜੇ ਨੂੰ, ਉਹ ਕਹਿੰਦਾ ਉਹ ਮਰ ਗਿਆ। ਸਮਝਾ ਜਰਨੈਲ ਸਿੰਘ ਵਰਗਾ ਬੰਦਾ ਹੀ ਨਹੀਂ ਜੇ ਹੋਣਾ ਕੋਈ, ਉਹ ਜਿਹਾ ਕਿਹੜਾ ਹੋ ਜਾਊਗਾ। ਉਹ ਤਾਂ ਵਿਚਾਰੇ ਬਹੁਤ ਤੋਹਫਾ ਸੀ ਕੌਮ ਨੂੰ ਮਿਲਿਆ ਹੋਇਆ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਹੈ ਜੀ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾ, ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ, ਕਿਸੇ ਨਾ ਕਿਸੇ ਮੁੱਦੇ ਦੇ ਨਾਲ। ਸੋ ਦੋਸਤੋ, ਤੁਹਾਨੂੰ ਜਿਵੇਂ ਪਤਾ ਹੈ ਕਿ ਇਹ ਦਿਨ ਚੱਲਦੇ ਨੇ ਜੂਨ 1984 ਦੇ ਨਾਲ ਰਿਲੇਟਡ। ਜਦੋਂ ਅਸੀਂ ਜੂਨ 1984 ਦੀ ਗੱਲ ਕਰਦੇ ਹਾਂ ਤਾਂ ਸਾਡੇ ਅੰਦਰ ਇੱਕ ਆਵਾਜ਼ ਉੱਠਦੀ ਹੈ ਜਿਹਦੇ ਵਿੱਚੋਂ ਬਾਰ-ਬਾਰ ਅਸੀਂ ਇਨਸਾਫ ਤੇ ਨਿਆਂ ਲੰਬਾ ਸਮਾਂ ਹੋ ਗਿਆ ਪ੍ਰਾਪਤ ਨਹੀਂ ਹੋਇਆ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਇਸ ਗੱਲ ਨੂੰ ਪ੍ਰਚਾਰਨ ਦਾ ਯਤਨ ਕਰਦੇ ਹਾਂ। ਕਦੀ ਯਹੂਦੀਆਂ ਦੀ ਅਸੀਂ ਦਲੀਲ ਦੇਣ ਲੱਗ ਪੈਂਦੇ ਹਾਂ, ਕਦੀ ਆਪਣੇ ਦਰਦਾਂ ਦੀ ਗੱਲ ਕਰਦੇ ਹਾਂ। ਆਓ ਜੂਨ 1984 ਦਾ ਹਫ਼ਤਾ ਚੱਲਦਾ ਹੈ ਤੇ ਮੈਂ ਚਾਹੁੰਦਾ ਸਾਂ ਇਸ ਮੁੱਦੇ ਦੇ ਉੱਪਰ ਮਾਹਿਰਾਂ ਦੇ ਨਾਲ, ਸਿਆਣਿਆਂ ਦੇ ਨਾਲ ਕੀ ਉਹਨਾਂ ਦੇ ਸੁਝਾਅ ਸੀ, ਕੀ ਉਹਨਾਂ ਦੇ ਵਿਚਾਰ ਸਨ। ਕਿਉਂਕਿ ਜਦੋਂ ਮੈਂ ਬਾਪੂ ਸੋਹਣ ਸਿੰਘ ਸੀਤਲ ਦੀ ਗੱਲ ਕਰਦਾ ਮੈਂ ਤੇ ਬਾਪੂ ਸੋਹਣ ਸਿੰਘ ਸੀਤਲ ਨੇ ਲੰਮਾ ਸਮਾਂ ਲਿਖਿਆ, ਪਰ ਜਦੋਂ ਜੂਨ 1984 ਦੀ ਗੱਲ ਕਰਾਂ ਤੇ ਜੂਨ 1984 ਤੇ ਉਹਨਾਂ ਨੇ ਇੱਕ ਅੱਖਰ ਵੀ ਨਹੀਂ ਲਿਖਿਆ। ਜੇ ਮੈਂ ਗੱਲ ਕਰਾਂ ਸਰਦਾਰ ਕਪੂਰ ਸਿੰਘ ਜੀ ਦੀ, ਸਰਦਾਰ ਕਪੂਰ ਸਿੰਘ ਕੌਮ ਦੇ ਬੜੇ ਉੱਘੇ ਵਿਦਵਾਨ ਸਨ ਤੇ ਕਈ ਵਾਰੀ ਮਨ ਦੇ ਵਿੱਚ ਖਿਆਲ ਆਉਂਦਾ ਹੈ ਵੀ ਸਰਦਾਰ ਕਪੂਰ ਸਿੰਘ 84 ਤੋਂ ਬਾਅਦ ਅਕਾਲ ਚਲਾਣਾ ਕੀਤੇ ਨੇ। ਮੇਰੇ ਖਿਆਲ ਦੇ ਵਿੱਚ ਜੇ ਮੈਨੂੰ ਭੁਲੇਖਾ ਨਾ ਪੈਂਦਾ ਹੋਵੇ 89 ਦੀ ਗੱਲ ਹੈ, 85 ਦੀ ਗੱਲ ਹੈ। ਤੇ ਆਪਾਂ ਇਸ ਮੁੱਦੇ ਦੇ ਉੱਪਰ ਉਹਨਾਂ ਦੇ ਨਾਲ ਰਹਿਣ ਵਾਲੇ ਉਹਨਾਂ ਦੇ ਸਹਿਯੋਗੀਆਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਇਸ ਮੁੱਦੇ ਤੇ ਉਹਨਾਂ ਦਾ ਕੀ ਕਹਿਣਾ ਹੈ। ਕੀ ਜੂਨ 1984 ਟਾਲਿਆ ਜਾ ਸਕਦਾ ਸੀ? 1984 ਕੁਝ ਜੋ ਵਾਪਰ ਗਿਆ, ਉਸ ਤੋਂ ਬਾਅਦ ਇੰਦਰਾ ਦੇ ਖਾਤਮੇ ਤੋਂ ਬਾਅਦ ਜੋ ਕਾਰਵਾਈ ਪੂਰੇ ਭਾਰਤ ਦੇ ਵਿੱਚ ਪਈ ਹੈ, ਕਿ ਇਸ ਤਰ੍ਹਾਂ ਵਿਸ਼ਵ ਦੇ ਵਿੱਚ ਅੱਗੇ ਵੀ ਕੋਈ ਐਸੀ ਐਗਜ਼ਾਮਪਲ ਮਿਲਦੀ ਹੈ? ਆਓ ਆਪਾਂ ਜਾਣਨ ਦਾ ਯਤਨ ਕਰਦੇ ਹਾਂ। ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਐਡਵੋਕੇਟ ਸਰਦਾਰ ਸਾਹਿਬ, ਬੜੇ ਪਿਆਰੇ ਇਨਸਾਨ ਨੇ, ਸਰਦਾਰ ਪਰਮਜੀਤ ਸਿੰਘ ਜੀ, ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਸਰਦਾਰ ਸਾਹਿਬ ਸਰਦਾਰ ਕਪੂਰ ਸਿੰਘ ਫਾਊਂਡੇਸ਼ਨ ਵੀ ਚਲਾ ਰਹੇ ਨੇ, ਜਿਹਦੇ ਵਿੱਚ ਸਰਦਾਰ ਕਪੂਰ ਸਿੰਘ ਦੇ ਜੀਵਨ, ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਦੀ ਗੱਲਬਾਤ ਕਰਦੇ ਨੇ। ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਜੀਓ ਆਏ ਆਖਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਚੰਗਾ ਲੱਗਾ ਜੀ, ਸਾਡੀ ਛੋਟੀ ਜਿਹੀ ਬੇਨਤੀ ਪ੍ਰਵਾਨ ਕਰਦੇ ਆ ਜਾਂਦੇ ਹੋ ਸਾਡੇ ਕੋਲ। ਆ ਗਿਆ ਜੀ, ਤੁਸੀਂ ਕੌਮ ਦੀ ਸੇਵਾ ਕਰ ਰਹੇ ਹੋ। ਸਾਡਾ ਵੀ ਜਿੱਦਾਂ ਕੋਈ ਫਰਜ਼ ਬਣਦਾ, ਕੋਈ ਕੌਮ ਦੇ ਲਈ ਕੋਈ ਗੱਲ ਕਹਿ ਸਕਦੇ ਹੋਈਏ, ਕੋਈ ਸਾਡਾ ਵਿਚਾਰ ਕੋਈ ਅੱਗੇ ਦੇ ਸਕੀਏ, ਉਹ ਦਿੰਦੇ ਰਹਿਣਾ ਚਾਹੀਦਾ, ਸਾਰਿਆਂ ਨੂੰ ਦੇਣਾ ਚਾਹੀਦਾ ਜੀ, ਤਾਂ ਕਿ ਸਾਂਝੇ ਵਿਚਾਰਾਂ 'ਚੋਂ ਕੋਈ ਗੱਲ ਨਿਕਲਦੀ ਹੈ। ਸੋ ਇਸ ਕਰਕੇ ਮੈਂ ਤਾਂ ਫਰਜ਼ ਸਮਝ ਕੇ ਡੈਫੀਨੇਟਲੀ ਜਦੋਂ ਮੈਨੂੰ ਮੌਕਾ ਮਿਲਦਾ ਮੈਂ। ਵੀਰ ਜੀ, ਜਦੋਂ ਆਪਾਂ ਗੱਲਬਾਤ ਕਰਦੇ ਹਾਂ 84 ਦੀ ਤੇ ਬੜੀ ਪ੍ਰਕਾਰ ਦੀਆਂ ਗੱਲਾਂ ਹੁੰਦੀਆਂ ਨੇ। ਦੇਖੋ, ਇੱਕ ਤੇ ਹੁੰਦਾ ਆ ਕਿ ਅਸੀਂ ਸਿਰਫ ਹਿਸਟਰੀ ਜਿਹੜੀ ਆਏ ਸਾਲ ਸੁਣਾਉਂਦੇ ਸਾਂ ਉਹੀ ਸੁਣਾਈ ਜਾ ਰਹੇ ਹਾਂ, ਅਸੀਂ ਕੁਛ ਉਹਦੇ ਵਿੱਚ ਨਵਾਂ। ਹੁਣ ਆਪਾਂ ਕਈ ਵਾਰੀ ਮਨ ਦੇ ਵਿੱਚ ਖਿਆਲ ਆਏਗਾ ਵੀ ਨਵਾਂ ਉਹਦੇ ਵਿੱਚ ਕੀ ਕਰ ਲਾਂਗੇ ਜੋ ਹਿਸਟਰੀ ਵਾਪਰੀ ਹੈ, ਪਰ ਉੱਤੇ ਵਿਸ਼ਲੇਸ਼ਣ ਤੇ ਹੋਣੇ ਚਾਹੀਦੇ ਨੇ ਨਾ, ਵੀ ਆਖਰਕਾਰ ਭਾਰਤ ਦੀ ਹਕੂਮਤ ਆ ਕੇ ਸਾਡੇ ਸਥਾਨ ਦੇ ਉੱਪਰ ਇਸ ਤਰੀਕੇ ਨਾਲ ਅਟੈਕ ਕਰਦੀ ਹੈ। ਪੂਰੇ ਭਾਰਤ ਵਿੱਚ ਹੋਰ ਵੀ ਬੜੀਆਂ ਥਾਵਾਂ ਨੇ ਕਿ ਅੱਜ ਤੱਕ ਕੋਈ ਇਸ ਤਰ੍ਹਾਂ ਦੀ ਘਟਨਾ ਸੁਣਨ ਦੇ ਵਿੱਚ ਆਈ ਹੈ, ਜਵਾਬ ਮਿਲੇਗਾ ਨਹੀਂ। ਇੰਦਰਾ ਦਾ ਕਤਲ ਹੋ ਜਾਂਦਾ ਹੈ, ਇੰਦਰਾ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਪੂਰੇ ਭਾਰਤ ਵਿੱਚ ਜੋ ਕਾਰਵਾਈ ਪੈਂਦੀ ਹੈ, ਪੂਰੇ ਵਰਲਡ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਤੁਹਾਨੂੰ ਕਿਤੇ ਵੀ ਨਹੀਂ ਮਿਲਦੀ। ਜੇ ਆਪਾਂ ਗੱਲ ਕਰੀਏ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਹੁੰਦੀ ਹੈ, ਉਸ ਤੋਂ ਬਾਅਦ ਭਾਰਤ ਦੇ ਵਿੱਚ ਕਿਤੇ ਅੱਗਾਂ ਨਹੀਂ ਲਾਈਆਂ ਜਾਂਦੀਆਂ, ਕਿਤੇ ਭਾਰਤ ਦੇ ਵਿੱਚ ਇੱਕ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ। ਪਰ ਜਦੋਂ ਅਸੀਂ ਗੱਲ ਕਰਦੇ ਹਾਂ 84 ਦੀ, ਤੇ 84 ਜੂਨ 1984 ਤੇ ਅਕਤੂਬਰ ਦਾ ਜਿਹੜਾ ਮਹੀਨਾ ਆ ਜਾਂਦਾ ਆ, ਨਵੰਬਰ ਦੀ 1 2 3 4 ਤੱਕ ਜੋ ਕੁਝ ਹੁੰਦਾ ਆ, ਉਹ ਸਾਰੀਆਂ ਚੀਜ਼ਾਂ ਜ਼ਿਹਨ ਦੇ ਅੰਦਰ ਅੱਜ ਬੱਚਾ ਜਾਣਨਾ ਚਾਹੁੰਦਾ ਹੈ। ਪਹਿਲਾ ਸਵਾਲ ਤੇ ਮਨ ਦੇ ਵਿੱਚ ਇਹ ਆਉਂਦਾ ਹੈ
ਕਿ ਜੂਨ 1984 ਵਾਲੀ ਕਾਰਵਾਈ ਟਾਲੀ ਜਾ ਸਕਦੀ ਸੀ ਜੇ ਆਗੂ ਬੜੇ ਸੁਹਿਰਦ ਹੁੰਦੇ, ਆਗੂਆਂ ਦੇ ਵਿੱਚ ਸੂਝ-ਬੂਝ ਹੁੰਦੀ, ਤੇ ਇਹ ਕਾਰਜ ਟਾਲਿਆ ਜਾ ਸਕਦਾ ਸੀ ਕਿਸੇ ਤਰੀਕੇ? ਸਰ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਸਾਰੇ ਆਪਣੇ ਸਿੱਖ ਭਰਾਵਾਂ ਨੂੰ ਵੀ 1984 ਨੂੰ ਇਤਿਹਾਸ ਲੜੀ ਚੋਂ ਕੱਢ ਕੇ ਨਾ ਅੰਡਰਸਟੈਂਡ ਸਮਝਣ ਦੀ ਕੋਸ਼ਿਸ਼ ਕਰੋ। ਇਹ ਇੱਕ ਚੱਲਦੀ ਲੜੀ ਦੇ ਵਿੱਚ ਇੱਕ ਉਹ ਮਣਕਾ ਕਹਿ ਲਓ ਜੀ। ਜੇ ਇਕੱਲਾ ਸਮਝੋਗੇ ਨਾ ਵੀ ਉਪਰਾ ਵਰਤਾਰਾ, ਉਹ ਨਹੀਂ ਹੈਗਾ। ਜੋ ਸਿੱਖਾਂ ਪ੍ਰਤੀ ਸੋਚ ਹਿੰਦੂਆਂ ਦੀ ਹੈਗੀ, ਜੋ 1947 ਤੋਂ ਪਹਿਲਾਂ ਚੱਲਦੀ ਆਉਂਦੀ ਹੈ, ਹੁਣ ਜੇ ਵਿਸਥਾਰ ਜਾਈਏ ਤਾਂ ਬਹੁਤ ਲੰਬਾ ਕੁਝ ਕਹਿਣ ਨੂੰ ਹੋ ਜਾਂਦਾ। ਡਾਕਟਰ ਗੰਡਾ ਸਿੰਘ ਦੀ ਉਹ ਕਿਤਾਬ ਵੀ ਤੁਸੀਂ ਦੇਖੀ ਹੋਣੀ ਹੈ, ਸਮ ਕੌਨਫੀਡੈਂਸ਼ੀਅਲ ਪੇਪਰਸ ਆਫ ਦੀ ਅਕਾਲੀ ਮੂਵਮੈਂਟ ਜੀ, ਅਕਾਲੀ ਲਹਿਰ ਦੇ ਗੁਪਤ ਦਸਤਾਵੇਜ਼। ਉਹ 'ਚ ਵੀ ਇੱਕ ਚਿੱਠੀ ਹੈਗੀ ਹੈ ਜਿਹੜੀ ਗਾਂਧੀ ਨੇ ਉਹ ਖਦਸ਼ਾ ਪ੍ਰਗਟ ਕੀਤਾ ਹੈ ਜਦੋਂ ਸਿੰਘ ਸਭਾ ਵਾਲਿਆਂ ਨੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਵਿੱਚੋਂ ਮੂਰਤੀਆਂ ਚੁਕਵਾਈਆਂ ਨੇ, ਤਾਂ ਗਾਂਧੀ ਲਿਖ ਰਿਹਾ ਵੀ ਉੱਥੇ ਇੱਕ ਮੰਦਿਰ ਸੀ, ਕਹਿੰਦਾ ਉਹ ਤਾਂ ਪਤਾ ਕਰ ਲਓ ਵੀ ਉਹ ਨਾ ਚੁਕਵਾਤਾ ਹੋਵੇ ਕਿਤੇ। ਸੋ ਇਹ ਚਿੰਤਾ ਦੇਖੋ ਬਾਅਦ ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਨ ਦੀ ਗੱਲ ਚੱਲਦੀ ਹੈ, ਇੰਦਰਾ ਗਾਂਧੀ ਕਹਿੰਦੀ ਮੈਨੂੰ ਚਿੰਤਾ ਇਸ ਗੱਲ ਦੀ ਸੀ ਵੀ ਇੱਥੇ ਹਿੰਦੂਆਂ ਦਾ ਕੀ ਬਣੇਗਾ। ਸੋ ਇਹ ਚੀਜ਼ ਪਹਿਲਾਂ ਤੋਂ ਚੱਲੀ ਆਉਂਦੀ ਸੀ। ਜਦੋਂ ਤੁਹਾਨੂੰ ਯਾਦ ਹੋਣਾ ਬਈ ਗਿਆਨੀ ਸ਼ੇਰ ਸਿੰਘ ਨੂੰ ਇਹ ਮਦਨ ਮੋਹਨ ਮਾਲਵੀਆ ਨੇ ਕਿਹਾ ਸੀ ਵੀ ਤੁਸੀਂ ਸਰਦਾਰ ਸਾਹਿਬ ਅੰਗਰੇਜ਼ਾਂ ਨੂੰ ਜਾ ਲੈਣ ਦਿਓ, ਅਸੀਂ ਵਿਦਿਆ 'ਚ ਬਦਲਾਅ ਕਰਕੇ ਹੀ ਸਾਰੀ ਮੁਸਲਮਾਨੀ ਕੱਢ ਦਿਆਂਗੇ। ਸੋ ਇਹ ਇੱਕ ਐਟੀਟਿਊਡ ਹੈ ਜਿਹੜਾ ਸਾਰੀ ਮਾਈਨੋਰਿਟੀਜ਼ ਤੇ ਲਾਗੂ ਹੁੰਦਾ ਹੈ। ਜੇ ਸਿੱਖ ਆਪਣੇ ਆਪ ਨੂੰ ਵੱਖਰਾ ਸਮਝਦੇ ਨੇ, ਸਿੱਖਾਂ ਦੀ ਬੇਸਮਝੀ ਹੋ ਸਕਦੀ ਹੈ, ਸਟੇਟ ਦੀ ਪਾਲਿਸੀ ਕੋਈ ਗਲਤੀ ਨਹੀਂ ਹੋ ਸਕਦੀ। ਸੋ ਇਹ ਚੀਜ਼ਾਂ ਦਾ ਦੇਖੋ। ਇੱਕ ਦੂਸਰੀ ਗੱਲ, ਹਿੰਦੂ ਦੇ ਮਨ 'ਚ ਇਨਸਿਕਿਉਰਿਟੀ ਭਰ ਕੇ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਆਪਣੀ ਦੁਕਾਨ ਚਲਾ ਰਹੇ ਨੇ ਵੀ ਤੁਸੀਂ 800 ਸਾਲ ਗੁਲਾਮ ਰਹੇ ਹੋ ਜੀ, ਜੇ ਹੁਣ ਇਹ ਦੂਜੀਆਂ ਕੌਮਾਂ ਰਹਿ ਗਈਆਂ ਤੁਸੀਂ ਫਿਰ ਗੁਲਾਮ ਹੋ ਸਕਦੇ ਹੋ, ਤੁਹਾਨੂੰ ਫਿਰ ਗੁਲਾਮ ਕਰ ਸਕਦੇ ਨੇ। ਇਹ ਚੀਜ਼ਾਂ ਕਰਕੇ ਉਹ ਆਪਣਾ ਚਲਾ ਰਹੇ ਨੇ। ਔਰ ਇਸੇ ਕੜੀ ਦੇ ਵਿੱਚ ਇਹ ਦਰਬਾਰ ਸਾਹਿਬ ਦਾ ਜਿਹੜਾ ਸੀਗਾ ਤੁਸੀਂ ਹੁਣ ਗੱਲ ਕੀਤੀ ਹੈ ਟਾਲੇ ਜਾਣ ਦੀ। ਮੈਂ ਕਹਿੰਦਾ ਟਾਲਣ ਤੋਂ ਪਹਿਲਾਂ ਇਹਨੂੰ ਛੇਤੀ ਕਰਾਉਣ ਦੀ ਜਿਹੜੀ ਕਾਹਲੀ ਚੁਕਾਉਣ ਸੀਗੇ, ਸ਼ਾਇਦ ਇੰਦਰਾ ਗਾਂਧੀ ਇਸ ਗੱਲ ਨੂੰ ਨਾ ਇੰਨਾ ਤੇਜ਼ੀ ਨਾਲ ਵਿਚਾਰਦੀ। ਜਿਵੇਂ ਤੁਸੀਂ ਦੇਖੋ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ, ਡਾਕਟਰ ਗੰਡਾ ਸਿੰਘ ਦਾ ਇੱਕ ਲੇਖ ਹੈ, ਤੁਸੀਂ ਪੜ੍ਹਿਆ ਹੋਣਾ ਜਾਂ ਉਹ ਕਹਿੰਦੇ ਇੱਕ ਵਾਰੀ ਦਿਮਾਗ 'ਚ ਆਇਆ ਸੁੱਚਾਨੰਦ ਵਜ਼ੀਰ ਖਾਨ ਦੇ ਵੀ ਛੋਟੇ ਛੱਡ ਦਿੰਦੇ ਆ ਬੱਚੇ। ਸੁੱਚਾਨੰਦ ਕਹਿੰਦਾ ਜੀ ਇਹ ਅਸੂਲਾਂ ਦੀਆਂ ਜੰਮਦਿਆਂ ਦੇ ਮੂੰਹ ਤਿੱਖੇ ਹੁੰਦੇ ਨੇ, ਇਹ ਤਾਂ ਐਂ ਕਰਨਗੇ। ਉਹਨੇ ਫਿਰ ਟਰੈਪ ਕਰਵਾਤੇ ਜੀ। ਸੋ ਇਸੇ ਤਰ੍ਹਾਂ ਹੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਵੱਡੀ ਗੱਲ ਹੋ ਰਹੀ ਸੀ ਉਹ ਕੀ ਸੀ ਵੀ ਜਿਹੜੇ ਰਾਜ ਕਰਦੇ ਘਰਾਣੇ ਸੀ ਸਿੱਖਾਂ ਤੇ, ਉਹਨਾਂ ਦੇ ਹੇਠੋਂ ਜ਼ਮੀਨ ਖਿਸਕ ਰਹੀ ਸੀ। ਜ਼ਮੀਨ ਖਿਸਕਾ ਰਹੇ ਸਨ ਜਰਨੈਲ ਸਿੰਘ। ਜੇ ਗੁਰਦੁਆਰੇ ਨਿਕਲ ਜਾਂਦੇ, ਜੇ ਉਹ ਲੀਡਰਸ਼ਿਪ ਨਿਕਲ ਜਾਂਦੀ, ਇਹਨਾਂ ਨੂੰ ਅੱਗੇ ਹਨੇਰਾ ਦਿਖਣਾ ਸੀ ਜੀ। ਸੋ ਇਹ ਪੱਕੀ ਗੱਲ ਹੈ ਵੀ ਇਹਨਾਂ ਨੇ ਚਿੱਠੀਆਂ ਪਾਈਆਂ, ਉਹ ਚਿੱਠੀਆਂ ਹੁਣ ਜਨਤਕ ਵੀ ਹੋ ਚੁੱਕੀਆਂ। ਸਰਦਾਰ ਸੰਤ ਸਿੰਘ ਤੇਗ ਹੁੰਦੇ ਸੀ ਜੰਮੂ ਕਸ਼ਮੀਰ ਦੇ ਲੀਡਰ, 95 ਸਾਲ ਦੇ ਹੋ ਕੇ ਪੂਰੇ ਹੋਏ ਆ। ਉਹਨਾਂ ਨੇ ਵੀ ਆਪਣਾ ਇੱਕ ਇਕਬਾਲੀਆ ਬਿਆਨ ਦਿੱਤਾ ਹੋਇਆ ਵੀ ਮੈਂ ਹੁਣ ਪਤਾ ਨਹੀਂ ਮੇਰੀ ਜ਼ਿੰਦਗੀ ਕਦੋਂ ਖਤਮ ਹੋ ਜੇ, ਵੀ ਮੈਂ ਆਪਣੇ ਕੰਨਾਂ ਨਾਲ ਸੁਣਿਆ ਸੰਤ ਇਹਨੂੰ ਹਰਚੰਦ ਸਿੰਘ ਲੌਂਗੋਵਾਲ ਨੂੰ ਇੰਦਰਾ ਗਾਂਧੀ ਨਾਲ ਟੈਲੀਫੋਨ ਤੇ ਗੱਲਾਂ ਕਰਦੇ ਵੀ ਤੁਸੀਂ ਜੀ ਹੁਣ ਛੇਤੀ ਕਰੋ, ਡਿਲੇ ਨਾ ਕਰੋ, ਇਹ ਛੇਤੀ ਕਰ ਦਿਓ ਵੀ ਸਾਨੂੰ ਬਹੁਤ ਤੰਗ ਕਰਦਾ। ਤੇ ਉਹਨੇ ਫਿਰ ਕਹਿੰਦੇ ਉਧਰੋਂ ਆਵਾਜ਼ ਆਈ, ਉਹ ਤਾਂ ਉਹਨੂੰ ਸੁਣੀ ਨਹੀਂ, ਪਰ ਜੇ ਮੈਂ ਉਹਦਾ ਜਵਾਬ ਜਿਵੇਂ ਦੇ ਰਹੇ ਸੀ ਉਹ ਕਹਿੰਦੇ ਤੁਸੀਂ ਇਕੱਲੇ ਹੀ ਕਹਿ ਰਹੇ ਹੋ ਜਾਂ ਸਾਰੇ? ਕਹਿੰਦੇ ਨਹੀਂ ਨਾਲ ਖੜੇ ਉਹਨਾਂ ਨੇ ਕਹਿੰਦਾ ਹਾਂਜੀ ਅਸੀਂ ਵੀ ਕਹਿੰਦੇ ਹਾਂ। ਜਦੋਂ ਇੱਕ ਹੁਣ ਉਹਦੀ ਇੰਟਰਵਿਊ ਆਈ ਹੈ, ਸ਼ਾਇਦ ਤੁਹਾਡੇ ਚੈਨਲ ਤੇ ਆਈ ਹੈ, ਉਹ ਹੈਗਾ ਸੀਗਾ ਭੋਮਾ ਕਹਿੰਦਾ ਜਦੋਂ ਆਰਮੀ ਵਾਲਿਆਂ ਨੇ ਇਹਨੂੰ ਪੁੱਛਿਆ ਵੀ ਤੁਸੀਂ ਜਰਨੈਲ ਸਿੰਘ ਨੂੰ ਕਹੋ ਜਾ ਕੇ ਵੀ ਉੱਥੋਂ ਛੱਡ ਦੇਵੇ ਤੇ ਐਂ ਕਰ ਦੇ, ਟੌੜਾ ਕਹਿੰਦਾ ਉਹ ਸਾਤੋਂ ਬਘਿਆੜ ਸਾਡੀ ਨਹੀਂ ਮੰਨਦਾ। ਇਹ ਰਵੱਈਆ ਹੈਗਾ ਆਪਣੀ ਲੀਡਰਾਂ ਦਾ, ਆਪਣੀ ਜਿਹੜੀ ਬਹੁਤ ਗਿਣਤੀ ਹੈ ਜਿਹਦੇ ਨਾਲ ਸਰਕਾਰ ਗੱਲਾਂ ਕਰਦੀ ਹੈ, ਜਿਹੜੇ ਐਸਟੈਬਲਿਸ਼ਡ ਨੇ, ਉਹ ਵੀ ਸਰਕਾਰ ਵੀ ਐਸਟੈਬਲਿਸ਼ ਬੰਦਿਆਂ ਨਾਲ ਗੱਲ ਕਰਦੀ ਹੈ। ਜਿਵੇਂ ਤੁਸੀਂ ਇਹ ਗੱਲ ਸ਼ੁਰੂਆਤ ਵਿੱਚ ਕੀਤੀ ਹੈ ਵੀ ਇੰਦਰਾ ਤੋਂ ਵੱਧ ਕਾਲੇ ਕੌਣ ਸਨ, ਇਹੀ ਨੇ ਵੀ ਇਹ ਚੀਜ਼ ਬੜੀ ਦੇਖਣ ਵਾਲੀ ਹੈ। ਹੁਣ ਅਸੀਂ ਜੇ ਤੇ ਇਹਨੂੰ ਵਿਸ਼ਲੇਸ਼ਣ ਦੇ ਰੂਪ ਦੇ ਵਿੱਚ ਲਈਏ ਤੇ ਫਿਰ ਬੜਾ ਕੁਝ ਵਿੱਚੋਂ ਨਿਕਲੇਗਾ, ਤੇ ਜੇ ਜਜ਼ਬਾਤੀ ਹੋ ਕੇ ਲੈਣਾ ਹੈ ਤੇ ਫਿਰ ਇਧਰੋਂ ਗੋਲੀ ਚੱਲੀ, ਆ ਹੋਇਆ ਇੰਨੇ ਦਿਨ ਆ ਹੋਇਆ, ਨਹੀਂ ਵਿਸ਼ਲੇਸ਼ਣ ਕਰਨਾ ਪੈਣਾ ਵੀ ਇਹ ਹਾਦਸਾ ਹੋਇਆ ਹੀ ਕਿਉਂ। ਨਹੀਂ, ਇੱਕ ਦੇਖੋ ਲੀਡਰਸ਼ਿਪ ਜਿਹੜੀ ਹੁੰਦੀ ਹੈ, ਇੱਥੇ ਸਾਡੇ ਦਰਸ਼ਕ ਬੜੇ ਸਿਆਣੇ ਨੇ ਔਰ ਬੜੀ ਸੋਝੀ ਰੱਖਣ ਵਾਲੇ ਨੇ, ਉਹ ਗੱਲ ਦੇ ਵਿੱਚੋਂ ਗੱਲ ਕੱਢਦੇ ਨੇ। ਜਿਹੜੀ ਲੀਡਰਸ਼ਿਪ ਹੁੰਦੀ ਹੈ ਨਾ, ਉਹਦੇ ਬੜੇ ਫਰਜ਼ ਹੁੰਦੇ ਨੇ ਵੀ ਆਪਣੀ ਕੌਮ ਨੂੰ ਕਿਵੇਂ ਬਚਾਉਣਾ। ਜਿਹੜੀ ਕੌਮੀ ਲੀਡਰਸ਼ਿਪ ਹੁੰਦੀ ਹੈ, ਆਪਣੀ ਕੌਮ ਨੂੰ ਕਿਵੇਂ ਬਚਾਉਣਾ, ਅਸੀਂ ਅੱਗ ਦੇ ਵਿੱਚ ਝੋਕਣਾ ਹੈ ਜਾਂ ਬਲਦੀ ਅੱਗ ਦੇ ਵਿੱਚੋਂ ਕਿਵੇਂ ਬਚਾਉਣਾ। ਜੇ ਮੈਨੂੰ ਪਤਾ ਵੀ ਅਗਲੇ ਪਾਸੇ ਮੇਰੀ ਕੌਮ ਮਰਦੀ ਹੈ ਤੇ ਮੈਂ ਕਿਵੇਂ ਸੁਚੇਤ ਹੋ ਕੇ ਚੱਲਣਾ, ਮੈਂ ਆਪਣੇ ਕਦਮ ਨੂੰ ਕਿਵੇਂ ਪਿਛਾਂਹ ਨੂੰ ਲੈਣਾ। ਵੀ ਇਹ ਸਾਰਾ ਜਿਹੜੀ ਅਕਾਲੀ ਲੀਡਰਸ਼ਿਪ ਉਸ ਵੇਲੇ ਉੱਥੇ ਸਾਰਾ ਦਬਦਬਾ ਤੇ ਉਹਨਾਂ ਦਾ ਸੀ। ਜੇ ਉਹ ਚਾਹੁੰਦੇ, ਤੁਹਾਨੂੰ ਲੱਗਦਾ
ਵੀ ਕਿਸੇ ਤਰੀਕੇ ਇੱਕ ਵਿਚੋਲੇ ਦਾ ਰੂਪ ਧਾਰਨ ਕਰਕੇ ਜਾਂ ਕਿਸੇ ਤਰੀਕੇ ਇੱਕ ਹੋਰ ਤਰੀਕਾ ਲੈ ਕੇ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ? ਸਰ ਇੱਕ ਤਾਂ ਮੈਂ ਤੁਹਾਨੂੰ ਅੱਗੇ ਜਿਹੜੀ ਪਹਿਲਾਂ ਮੈਂ ਦੱਸ ਚੁੱਕਿਆ ਵੀ ਇਹਨੇ ਚਿੱਠੀਆਂ ਲਿਖੀਆਂ, ਟੈਲੀਫੋਨ ਹੋਏ, ਮੀਟਿੰਗਾਂ ਹੋਈਆਂ ਇਹਨਾਂ ਦੀਆਂ, ਇਹਨਾਂ ਸਾਰਿਆਂ ਨੇ ਜਾ ਕੇ ਇਹੀ ਗੱਲ ਕਹੀ। ਦੂਸਰੀ ਗੱਲ ਇਹ ਸੰਕੇਤ ਆਪਾਂ ਕੀ ਦਿੰਦੇ ਹੁੰਦੇ ਆ, ਕਈ ਵਾਰੀ ਆਪਾਂ ਕੋਈ ਗੱਲ ਬੋਲ ਕੇ ਨਹੀਂ ਕਹਿੰਦੇ, ਸੰਕੇਤ ਦਿੰਦੇ ਹੁੰਦੇ ਆ। ਇਹਨਾਂ ਨੇ ਸੰਕੇਤ ਦਿੱਤਾ ਜਦੋਂ ਸੰਤ ਜਰਨੈਲ ਸਿੰਘ ਨੂੰ ਸਾਰੇ ਜਥੇਦਾਰ ਅਕਾਲ ਤਖਤ ਵੀ ਸਾਰੇ ਬਾਗੀ ਹੋ ਗਏ ਸੀ, ਇਹਨਾਂ ਦੇ ਅਕਾਲੀ ਵੀ ਬਾਗੀ ਹੋ ਗਏ ਸੀ, ਉਦੋਂ ਇਹਨਾਂ ਨੇ ਕੀ ਕੀਤਾ ਵੀ ਲੌਂਗੋਵਾਲ ਨੇ ਇੱਕ ਕਰਾਇਆ ਸੀ ਵੀ ਅਸੀਂ ਇਹਨੂੰ ਮੰਜੀ ਸਾਹਿਬ ਜੀ ਨਹੀਂ ਬੋਲਣ ਦੇਣਾ। ਉਦੋਂ ਬਾਅਦ ਫਿਰ ਸੰਤਾਂ ਨੇ ਆਪਣਾ ਲੰਗਰ ਦੇ ਉੱਪਰ ਸ਼ੁਰੂ ਕਰਤੇ ਸੀ ਪ੍ਰੋਗਰਾਮ ਕਰਨੇ। ਫਿਰ ਸੋਢੀ ਮਰਵਾਇਆ ਗਿਆ, ਉਹਨਾਂ ਦੇ ਰਾਈਟ ਹੈਂਡ ਮੈਨ ਜਿਹੜਾ ਸੀਗਾ ਉਹਨੂੰ ਪੈਸੇ ਦਿੱਤੇ ਗਏ। ਜਿਹੜਾ ਬੰਦਾ ਮਰਵਾਇਆ ਉਹ ਈਵਨ ਹੁਣ ਤਾਂ ਚਲੇ ਗਏ, ਬਸੰਤ ਸਿੰਘ ਖਾਲਸਾ ਵਿਚਾਰੇ ਸੀਗੇ, ਨੇ ਕਮੇਟੀ ਬਣਾਈ ਸੀ। ਬਸੰਤ ਸਿੰਘ ਖਾਲਸਾ ਕਹਿ ਕੇ ਮਰਿਆ ਵੀ ਅਸੀਂ ਲੌਂਗੋਵਾਲ ਨੂੰ ਕਹਿੰਦੇ ਰਹੇ ਹਾਂ ਵੀ ਤੂੰ ਬੰਦੇ ਤੋਂ ਮਰਵਾਇਆ, ਤੇਰੇ ਬੰਦੇ ਦੇ ਕਮਰੇ 'ਚ ਸਾਜ਼ਿਸ਼ ਬਣੀ ਹੈ, ਇੰਨੇ ਪੈਸੇ ਹੋਏ ਆ ਵੀ ਤੂੰ ਇਹਨੂੰ ਸਜ਼ਾ ਇਹਨੂੰ ਮਿਲਣੀ ਚਾਹੀਦੀ ਹੈ। ਉਹ ਨਹੀਂ ਮੰਨੇ। ਮੈਂ ਇੱਕ ਤੁਹਾਡੇ ਵਰਗੇ ਪੱਤਰਕਾਰ ਸੀ ਇੰਗਲੈਂਡ ਤੋਂ, ਤਰਸੇਮ ਸਿੰਘ ਪੁਰੇਵਾਲ ਸੀ ਸ਼ਾਇਦ ਉਹਨਾਂ ਦਾ ਨਾਂ, ਦੇਸ਼ ਪ੍ਰਦੇਸ਼ ਕੱਢਦੇ ਹੁੰਦੇ ਸੀ। ਉਹ ਜਦੋਂ ਉਹਨਾਂ ਨੇ ਗੱਲ ਸੁਣਾਈ ਸੀ ਵੀ ਮੈਂ ਜਦੋਂ ਇੱਥੇ ਆਇਆ ਇੰਡੀਆ 'ਚ ਆਪਣੀ ਮਦਰ ਨੂੰ ਮਿਲਣ ਆਇਆ ਸੀ, ਕਹਿੰਦਾ ਫਿਰ ਮੈਂ ਦਰਬਾਰ ਸਾਹਿਬ ਚਲਿਆ ਗਿਆ ਵੀ ਮੈਂ ਕਿਹਾ ਚਲੋ ਛੋਟੇ ਸੰਤਾਂ ਦਰਸ਼ਨ ਕਰਦੇ ਹਾਂ। ਛੋਟੇ ਸੰਤ ਵਿੱਚ ਸੰਤ ਜਰਨੈਲ ਸਿੰਘ ਕਹਿੰਦਾ ਜਦੋਂ ਮੈਂ ਗਿਆ ਉੱਥੇ ਬੜੀ ਭੀੜ ਭੜੱਕਾ ਸੀਗਾ। ਕਹਿੰਦੇ ਫਿਰ ਮੈਂ ਸੋਚਿਆ ਵੀ ਥੋੜਾ ਠਹਿਰ ਕੇ ਆ ਜਾਂਦੇ ਆ। ਕਹਿੰਦੇ ਮੈਂ ਕਿਹਾ ਚਲੋ ਲੌਂਗੋਵਾਲ ਸਾਹਿਬ ਨੂੰ ਮਿਲ ਲੈਂਦੇ ਆ। ਇਹ ਗੱਲ ਮੈਂ ਲਿਖੀ ਵੀ ਹੈ ਸਪੋਕਸਮੈਨ 'ਚ। ਅੱਛਾ। ਜਦੋਂ ਸਪੋਕਸਮੈਨ ਹਫਤਾਵਾਰ ਹੁੰਦਾ ਸੀ ਤਾਂ ਉਹ ਜਦੋਂ ਬੈਠੇ ਹਰਚੰਦ ਸਿੰਘ ਕੋਲੇ ਇੱਕ ਸੇਵਾਦਾਰ ਸੀ, ਇੱਕ ਆਪ ਬੈਠਾ ਸੀ। ਉਹ ਵਿਚਾਰੇ ਕੋਲ ਸੱਚੀ ਗੱਲ ਨਿਕਲੀ। ਕਹਿੰਦਾ ਆਓ ਜੀ ਪੁਰੇਵਾਲ ਸਾਹਿਬ ਕਿਵੇਂ ਆਏ? ਕਹਿੰਦਾ ਆਏ ਤਾਂ ਜੀ ਉੱਧਰ ਸੀਗੇ ਪਰ ਉੱਧਰ ਭੀੜ ਭੜੱਕਾ ਬਹੁਤ ਹੈ ਤੇ ਹੁਣ ਕਿਹੋ ਜਿਹਾ ਤੁਹਾਨੂੰ ਮਿਲ ਚੱਲਦੇ ਆ। ਹੁਣ ਜਿਹੜੀ ਲੌਂਗੋਵਾਲ ਨੇ ਗੱਲ ਕਹੀ ਮੈਨੂੰ ਕਈ ਵਾਰੀ ਉਹ ਜਹਾਂਗੀਰ ਲੱਗਦਾ ਹੁੰਦਾ। ਉਹ ਕਹਿੰਦਾ ਵੀ ਹਾਂ, ਕਹਿੰਦਾ ਦੁਕਾਨ ਚੱਲ ਹੀ ਪਈ, ਕਹਿੰਦਾ ਬੰਦ ਕਰਾਉਣੀ ਪੈਣੀ ਆ। ਤੁਸੀਂ ਦੇਖੋ ਹੁਣ ਦੋਸ ਕੇ ਜਹਾਂਗੀਰੀ ਪੜੋਗੇ ਜੇ ਉਹਦੇ ਵਿੱਚ ਵੀ ਇਹ ਗੱਲ ਇਹੀ ਵਰਡ ਯੂਜ਼ ਕੀਤੇ ਹੋਏ ਨੇ ਵੀ ਗੋਇੰਦਵਾਲ ਦੇ ਵਿੱਚ ਇੱਕ ਬੈਠਾ ਮੈਨੂੰ ਦੁਕਾਨ ਚਲਾ ਰਿਹਾ ਝੂਠ ਦੀ, ਮੈਂ ਬੰਦ ਕਰਾਉਣੀ ਹੈ, ਮੈਂ ਬੰਦ ਕਰਾਉਣੀ। ਹਾਂ, ਇਹ ਰੂਹਾਂ ਪਟਕਦੀਆਂ ਉਸੇ ਤਰ੍ਹਾਂ ਆਉਂਦੀਆਂ ਰਹਿੰਦੀਆਂ ਨੇ, ਸ਼ੈਤਾਨੀ ਰੂਹਾਂ, ਹੋਰ ਰੂਹਾਂ ਉਹ ਲੌਂਗੋਵਾਲ ਦੇ ਵਿੱਚ ਪ੍ਰਵੇਸ਼ ਕੀਤੀਆਂ ਹੋਈਆਂ ਨੇ, ਹੋਰ ਕਿਸੇ 'ਚ ਕੀਤੀਆਂ ਹੋਈਆਂ ਨੇ। ਹੁਣ ਇਹਨਾਂ ਲੋਕਾਂ ਕੋਲੋਂ ਆਸ ਕਰੀਏ ਬਈ ਤੁਸੀਂ ਕੋਈ ਬਚਾ ਸਕਦੇ ਸੀ ਹਾਲਾਤ ਨੂੰ। ਹਾਲਾਤ ਨੂੰ ਤਾਂ ਬਚਾਉਂਦੇ ਨਾ ਜੀ ਜੇ ਹੱਥੋਂ ਇਹਨਾਂ ਦੇ ਬੜਾ ਤੁਸੀਂ ਦੇਖੋ ਹੁਣ ਪਿੱਛੇ ਜੇ ਬਾਦਲ ਸਾਹਿਬ ਦਾ ਬਿਆਨ ਆਇਆ ਵੀ ਸਾਡੀ ਸਰਕਾਰ ਭਾਵੇਂ ਨਾ ਬਣੇ ਅਸੀਂ ਗੁਰਦੁਆਰੇ ਨਹੀਂ ਜਾਣ ਦੇਣੇ। ਗੁਰਦੁਆਰਾ ਇੱਕ ਪਲੇਟਫਾਰਮ ਹੈ ਜੀ, ਇੱਕ ਰੈਗੂਲਰ ਇਨਕਮ ਹੈ। ਅਕਾਲੀ ਪਾਰਟੀ ਨੂੰ ਆਪਣੇ ਸੋਰਸ ਤਾਂ ਹੈ ਨਹੀਂ ਕੋਈ ਕਿਸੇ ਚੰਦਾ ਦੇਤਾ, ਕਿਸੇ ਨੇ ਨਾ ਦੇਤਾ, ਕਿਸੇ ਨੇ ਐਂ ਕਰ ਲਿਆ ਤੇ ਗੁਰਦੁਆਰਿਆਂ 'ਚੋਂ ਹੀ ਪੈਸਾ ਆਉਂਦਾ ਜੀ। ਆ ਹੁਣ ਵੀ ਕਿਸਾਨ ਯੂਨੀਅਨ ਵਾਲਿਆਂ ਦੀ ਇੱਕ ਇੰਟਰਵਿਊ ਆਈ ਸੀ, ਕੀ ਕਹਿੰਦੇ ਹੁੰਦੇ ਨੇ ਵੀਡੀਓ, ਉਹ ਮੈਂ ਅੱਗੇ ਵੀ ਸ਼ੇਅਰ ਕੀਤੀ ਸੀ। ਉਹ ਕਹਿੰਦੇ ਜੀ ਵੀ ਜੇ ਬਾਦਲ ਸਾਹਿਬ ਵੀ ਇਕੱਲਾ 100 ਕਰੋੜ ਰੁਪਈਆ ਨਾ ਲਿਆ ਕਰਨ SGPC ਕੋਲੋਂ, ਜਿਹੜੇ ਹੁਣ ਹਾਲਾਤ ਨੇ ਜੇ ਪਹਿਲਾਂ ਹੋ ਕੇ ਹਟਿਆ ਜੋ ਸੀਗਾ ਲਾਕਡਾਊਨ ਵਗੈਰਾ, ਕਹਿੰਦੇ ਅਸੀਂ ਤਾਂ ਇੱਥੇ ਹੀ ਸਾਰਾ ਕੰਮ ਠੀਕ ਹੋ ਜਾਇਆ ਕਰੇ। ਫਿਰ ਦੂਜੀ ਗੱਲ ਉਹਨੇ ਰਾਜੇ ਨੂੰ ਵੀ ਕਹੀ ਸੀ, ਅਮਰਿੰਦਰ ਨੂੰ, ਵੀ ਤੁਸੀਂ ਭਾਈ ਜਿਹੜਾ ਪੈਸਾ ਸਹੀ ਲੱਗ ਜੇ ਖਾਇਆ ਨਾ ਕਰੋ, ਇਹ ਲੋਕ ਲੱਗ ਲੈਣ ਦਿਓ। ਸੋ ਜਦੋਂ ਇਹੋ ਜਿਹੇ ਲੋਕ ਅੱਗੇ ਲੱਗੇ ਹੋਣਗੇ, ਹੁਣ ਦੇਖੋ ਤੁਸੀਂ ਜਦੋਂ ਰਣਜੀਤ ਸਿੰਘ ਦਾ ਰਾਜ ਸੀਗਾ, ਡੋਗਰਿਆਂ ਨਹੀਂ ਗਵਾਇਆ ਸੀ, ਡੋਗਰੇ ਹੀ ਚਾਹੁੰਦੇ ਸੀ ਵੀ ਨਾ ਹੋਵੇ। ਉਹ ਡੋਗਰੇ ਜਿਨ੍ਹਾਂ ਦੇ ਕੀ ਮਖੌਟੇ ਪਾਏ ਹੋਏ ਸੀ, ਸਾਰੇ ਡੋਗਰੇ ਸਿੱਖ ਸਰਦਾਰ ਬਣੇ ਹੋਏ ਸੀ। ਉਹ ਬਲਕਿ ਸਿੱਖਾਂ ਨੂੰ ਉਧਰ ਝੋਕ ਰਹੇ ਸੀ ਜਿਹੜੇ ਪਾਸੇ ਉਹਨਾਂ ਦਾ ਵਿਨਾਸ਼ ਹੋਣਾ ਸੀ। ਐਵੇਂ ਨਹੀਂ ਉਹਨੇ ਕਿਹਾ ਵੀ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਹ ਸਾਰਾ ਵਿੱਚ ਜ਼ਿਕਰ ਹੋਣ ਤੇਜਾ ਸਿੰਘ ਸਰਦਾਰ ਨੇ ਪੁਲ ਵੱਢ ਦਿੱਤਾ ਹੈ ਜੀ। ਤੇ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਇਹ ਹੋਇਆ ਤੁਸੀਂ ਦੇਖੋ। ਨਹੀਂ ਜਿਵੇਂ ਹੁਣ 84 ਦੀ ਆਪਾਂ ਗੱਲ ਕਰੀਏ, ਜਿਵੇਂ ਤੁਸੀਂ ਦੱਸਿਆ ਵੀ ਜਿਨ੍ਹਾਂ ਨੇ ਰੋਕਣਾ ਸੀ ਉਹੀ ਤੇ ਉਤਾਵਲੇ ਹੋਏ ਪਏ ਸਨ। ਇੱਕ ਤੇ ਇਹ ਕਾਰਨ ਹੋ ਗਿਆ। ਸੈਕੰਡਲੀ ਸਤਪਾਲ ਦਾਨਿਸ਼, ਉਹਨਾਂ ਦਾ ਕੀ ਕਹਿਣਾ ਹੈ ਬਾਬਾ ਜਰਨੈਲ ਸਿੰਘ ਬਾਰੇ, 84 ਬਾਰੇ? ਉਹ ਤਾਂ ਇਹੀ ਕਹਿ ਰਿਹਾ ਸੀ ਵੀ ਜਿਹੜੇ ਬੰਦੇ ਨਾਲ ਲੱਗੇ ਤੁਰਦੇ ਸੀ ਉਹਨਾਂ ਨੇ ਹੀ ਸੰਤਾਂ ਨੂੰ ਗੁੰਮਰਾਹ ਕਰਦੇ ਰਹੇ ਨੇ, ਉਹੀ ਇਹਨਾਂ ਨੂੰ ਸ਼ਹੀਦ ਕਰਾਉਣ ਵਾਲਿਆਂ 'ਚ ਹੈਗੇ ਨੇ। ਕਹਿੰਦਾ ਮੈਂ ਸੰਤਾਂ ਨੂੰ ਆਪ ਮਿਲਿਆ ਸੀ ਪਰ ਸੰਤਾਂ ਨੇ ਕਹਿੰਦੇ ਮੇਰੀ ਅਰਦਾਸ ਹੋ ਗਈ, ਹੁਣ ਮੈਂ ਪਿੱਛੇ ਨਹੀਂ ਹਟਣਾ। ਤੇ ਕਿਉਂਕਿ ਦੇਖੋ ਇੱਕ ਗੱਲ, ਫਿਰ ਜਦੋਂ ਤੁਸੀਂ ਕਿਸੇ ਹਾਲਾਤ 'ਚ ਧੱਕੇ ਗਏ ਹੋ, ਸਪੋਜ਼ ਕਰੋ ਤੁਸੀਂ ਤੁਹਾਡੇ ਵਾਸਤੇ ਕੋਈ ਹਾਲਾਤ ਬਣਾ ਦਿੱਤੇ ਗਏ ਜਿਹੜੇ ਤੁਸੀਂ ਆਪ ਨਹੀਂ ਬਣਾਏ, ਸਮੇਂ ਨੇ ਬਣਾਤੇ, ਕੁਝ ਤੁਹਾਡੇ ਸਹਿਯੋਗੀਆਂ ਨੇ ਬਣਾਤੇ, ਤੁਸੀਂ ਉਹ ਹਾਲਾਤ 'ਚ ਫਸ ਗਏ। ਹੁਣ ਤੁਸੀਂ ਉਸ ਹਾਲਾਤ 'ਚੋਂ ਕਿਵੇਂ ਫੇਸ ਕਰਦੇ ਹੋ, ਇਹ ਤੁਹਾਡੀ ਆਪਣੇ ਤੇ ਆਉਣ ਵਾਲੀਆਂ ਸਦੀਆਂ ਤੁਹਾਨੂੰ ਨਾਪਣਗੀਆਂ। ਮਰਨੇ ਤੇ ਕਾ ਡਰਪਣਾ ਵਾਲੀ ਗੱਲ ਹੈ ਨਾ। ਫੈਜ਼ ਅਹਿਮਦ ਫੈਜ਼ ਦਾ ਇੱਕ ਸ਼ੇਰ ਹੈ, ਕਹਾਂ ਜਿਸ ਧਜ ਸੇ ਕੋਈ ਮਕਤਲ में गया, ਕਿ ਜਿਹੜੀ ਤਰੀਕੇ ਨਾਲ ਬੰਦੇ ਨੇ ਮੌਤ ਫੇਸ ਕੀਤੀ, ਬਸ ਬਾਤ ਵਹੀ ਰਹਿ ਜਾਣੀ ਹੈ। ਕਹਿੰਦਾ ਇਹੀ ਦੁਨੀਆ ਯਾਦ ਰਹਿ ਜਾਣਾ ਵੀ ਇਹਨੇ ਕਿਵੇਂ ਕੀਤਾ। ਕਹਿੰਦਾ ਇਸ ਜਾਨ ਕੀ ਕੋਈ ਬਾਤ ਨਹੀਂ, ਜਾਨ ਤੋਂ ਆਣੀ ਜਾਣੀ ਹੈ। ਕਹਿੰਦਾ ਇਹ ਤਾਂ ਆਉਣ ਜਾਣਾ ਹੀ ਹੈ ਜਾਨ ਤਾਂ। ਹੁਣ ਜੇ ਸੰਤ ਜਰਨੈਲ ਸਿੰਘ ਇਹਨਾਂ ਦੇ ਮਗਰ ਲੱਗ ਕੇ ਚਲੇ ਜਾਂਦੇ ਨਹੀਂ
ਤੁਸੀਂ ਕੰਵਰ ਸੰਧੂ ਦੀ ਇੰਟਰਵਿਊ ਵੀ ਦੇਖੀ ਹੋਣੀ, ਜਿਹੜੀ ਕਾਫੀ ਲੰਬੀਆਂ ਇੰਟਰਵਿਊਜ਼ ਕੀਤੀਆਂ ਹੋਈਆਂ ਨੇ। ਉਹ ਕਹਿੰਦਾ ਵੀ ਜਦੋਂ ਪਹਿਲਾਂ ਆਰਮੀ ਨੇ ਉਹਨੂੰ ਫੜਿਆ ਟੌੜੇ ਨੂੰ, ਉਹ ਕਹਿੰਦਾ ਉਹ ਮਰ ਗਿਆ। ਹਾਂ, ਦੇਖੋ ਇਸ ਹੱਦ ਤੱਕ ਗਈ ਹੋਈ ਸੀ ਵੀ ਅਸੀਂ ਹੱਥੋਂ ਬਾਗਡੋ। ਤੁਸੀਂ ਦੇਖੋ ਮਹੰਤਾਂ ਕੋਲੋਂ ਗੁਰਦੁਆਰੇ ਛਡਵਾ ਲਏ। ਉਸ ਵੇਲੇ ਵੀ ਇਹ ਕੋਸ਼ਿਸ਼ ਸੀ ਰੂਲਿੰਗ ਪਾਰਟੀ ਦੀ ਵੀ ਇਹ ਨਾ ਛੱਡੇ ਜਾਣ। ਗਾਂਧੀ ਲਿਖਦਾ ਰਿਹਾ ਵੀ ਤੁਸੀਂ ਗੁਰਦੁਆਰਿਆਂ ਦੀ ਆਜ਼ਾਦੀ ਦੀ ਹਜੇ ਗੱਲ ਨਾ ਕਰੋ, ਪਹਿਲਾਂ ਦੇਸ਼ ਆਜ਼ਾਦ ਕਰਵਾ ਲਓ, ਬਾਅਦ ਚ ਗੁਰਦੁਆਰੇ ਦੀ ਗੱਲ ਸੋਚ ਲਾਂਗੇ। ਕਰਤਾਰ ਸਿੰਘ ਝੱਬਰ ਉਸ ਵੇਲੇ ਚਾਹੇ ਅਨਪੜ੍ਹ ਸੀ, ਥੋੜਾ ਪੜ੍ਹਿਆ ਸੀ, ਬਹੁਤ ਦੂਰ ਦ੍ਰਿਸ਼ਟੀ ਵਾਲਾ ਸੀ। ਉਹ ਕਹਿੰਦਾ ਵੀ ਜੇ ਹੁਣ ਨਾ ਕਰਾਏ ਫੇਰ ਨਹੀਂ ਹੋਣੇ। ਇਹੀ ਗੱਲ ਰਾਜਾ ਗੋਪਾਲਾਚਾਰੀਆ ਨੇ ਤਾਰਾ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਜੋ ਹੁਣ ਮਿਲਦਾ ਅੰਗਰੇਜ਼ਾਂ ਕੋਲੋਂ ਲੈ ਲਓ, ਫੇਰ ਨਹੀਂ ਮਿਲਣਾ। ਠੀਕ ਹੈ ਜੀ। ਹੁਣ ਤਾਂ ਵੀ ਦੇਖੋ, ਜੇ ਤੁਸੀਂ ਇਹ ਸਮਝੌਤੇ ਨਾਲ ਨਾ ਹੋਇਆ ਹੁੰਦਾ, ਤੁਹਾਡਾ ਕੀ ਖਿਆਲ ਕੋਈ ਦਿਨ ਹੋਰ ਚੁਣਿਆ ਨਹੀਂ ਜਾ ਸਕਦਾ ਸੀ ਸਿਵਾਏ ਗੁਰੂ ਅਰਜਨ ਦੇਵ ਜੀ ਸ਼ਹੀਦੀ ਵਾਲੇ ਦਿਨ? ਜਾਂ ਪਹਿਲਾਂ ਅਨਾਉਂਸਮੈਂਟ ਹੋ ਜਾਂਦੀ ਭਾਈ ਜਿਹੜੇ ਸਿੱਖ ਸੰਗਤ ਆ ਉਹ ਜਿਹੜੇ ਨਹੀਂ ਇਨਵੋਲਵਮੈਂਟ ਹੈਗੇ ਉਹ ਘਰੋਂ ਘਰੀ ਆਪਣੇ ਰਹਿਣ, ਉਹ ਬਾਹਰ ਆ ਜਾਓ ਜਾਂ ਉਹ ਨਾ ਕਰੋ। ਤੁਸੀਂ ਉਹ ਤਾਂ ਅੰਦਰ ਬਾੜ ਕੇ ਅਸੀਂ ਇਕੱਲੇ ਤਾਂ ਉਹ ਕੀਤੇ ਨੇ, ਕੋਲਡ ਬਲੱਡ ਮਰਡਰ ਕੀਤੇ ਨੇ। ਆਹੋ, ਤੁਸੀਂ ਇਹਦੀ ਵੀ ਬੜੀ ਇੰਟਰਸਟਿੰਗ ਇੰਟਰਵਿਊਜ਼ ਨੇ, ਬੜੇ ਲੋਕਾਂ ਨੇ ਜਿਹੜੇ ਸਮਕਾਲੀ ਨੇ, ਜਨਰਲ ਸ਼ਵੇਕ ਸਿੰਘ ਵਗੈਰਾ ਨਾਲ ਇਹਨਾਂ ਨੇ ਮੁਲਾਕਾਤਾਂ ਕੀਤੀਆਂ ਨੇ, ਜਿਨ੍ਹਾਂ ਨੇ ਦੱਸਿਆ ਕਹਿੰਦੇ ਰਾਮੂ ਵਾਲੀਆ ਉੱਥੇ ਇਸ ਤਰ੍ਹਾਂ ਕੰਡਕਟ ਕਰ ਰਿਹਾ ਸੀ ਜਦੋਂ ਅਸੀਂ ਫੜੇ ਗਏ। ਫੌਜ ਨੇ ਫੜ ਕੇ ਹੱਥ ਬੰਨ੍ਹ ਕੇ ਬਿਠਾ ਲਏ ਸੀ। ਹਰਮਿੰਦਰ ਸੰਧੂ, ਇਹ ਆਪਣਾ ਭੋਮਾ, ਇਹ ਬਿਠਾ ਲਏ ਸੀ। ਤਾਂ ਰਾਮੂ ਵਾਲੀਆ ਇਸ ਤਰ੍ਹਾਂ ਸਪੀਚਾਂ ਕਰ ਰਿਹਾ ਸੀ, ਪਾਣੀ ਦੇ ਰਿਹਾ ਸੀ ਜਿਵੇਂ ਆਰਮੀ ਦਾ ਹੀ ਬੰਦਾ ਹੋਵੇ। ਕਹਿੰਦਾ ਵੀ ਹੁਣ ਤੁਸੀਂ ਮੇਰੇ ਕੋਲੇ ਆ ਗਏ ਹੋ, ਕਹਿੰਦਾ ਹੁਣ ਤੁਸੀਂ ਜਿਵੇਂ ਬਦਾਮ ਦੀ ਗਿਰੀ ਵਿੱਚ ਸੇਫ ਹੁੰਦੀ ਏਦਾਂ ਸੇਫ ਹੋ। ਆਰਮੀ ਦੇ ਹੁੰਦੇ ਬੋਲ ਰਿਹਾ ਸੀ। ਸੋ ਇਹ ਚੀਜ਼ਾਂ ਤਾਂ ਦੇਖੋ, ਆਪਾਂ ਚੀਜ਼ਾਂ ਦੀ ਟਾਲਣ ਦੀ ਗੱਲ ਤਾਂ ਸੋਚੀਏ ਨਾ ਵੀ ਜੇ ਹਾਲਾਤ, ਪਹਿਲੀ ਗੱਲ ਜੇ ਸਿੱਖਾਂ ਨੇ ਆਪ ਕ੍ਰੀਏਟ ਕੀਤੇ ਹੋਣ ਹਾਲਾਤ ਸਮੇਂ ਨੇ, ਉਸ ਤੋਂ ਪਹਿਲਾਂ ਤੋਂ ਦੇਖੋ 55 ਚ ਵੀ ਆਰਮੀ ਜਾਂ ਪੁਲਿਸ ਗਈ ਹੈ ਦਰਬਾਰ ਸਾਹਿਬ ਚ, ਠੀਕ ਨਹੀਂ? ਅੱਛਾ, ਫਿਰ ਸਮੇਂ ਤੇ ਅਟੈਕ ਹੁੰਦੇ ਰਹੇ ਨੇ। ਤੁਹਾਡਾ ਕੀ ਖਿਆਲ ਵੀ? ਇੱਕ ਹੋਰ ਜਾਣਕਾਰੀ ਦਿਓ, ਜਿਵੇਂ ਤੁਸੀਂ ਸਤਪਾਲ ਦਾਨਿਸ਼ ਬਾਰੇ ਗੱਲ ਕੀਤੀ ਹੈ। ਸਤਪਾਲ ਦਾਨਿਸ਼ ਇੱਕ ਫੋਟੋਗ੍ਰਾਫਰ ਸੀ, ਫੋਟੋ ਜਰਨਲਿਸਟ ਕਹਿੰਦੇ ਆ, ਫੋਟੋ ਜਰਨਲਿਸਟ ਕਹਿ ਸਕਦੇ ਆਪਾਂ। ਉਹ ਵੀ ਜਦੋਂ ਦੇਖੋ ਇਹਨਾਂ ਨੇ ਉਹ ਵੀ ਰਿਕਾਰਡਿੰਗ ਕੀਤੀ ਸੀ ਜਦੋਂ ਸਰਦਾਰ ਕਪੂਰ ਸਿੰਘ ਨੂੰ ਉੱਥੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਹੋਣੇ, ਸੰਤਾਂ ਨੂੰ ਖਬਰ ਪਹੁੰਚ ਗਈ, ਉਹਨਾਂ ਨੇ ਆਪਣੇ ਸੇਵਕ ਬੰਦੇ ਭੇਜੇ, ਸਰਦਾਰ ਜੀ ਨੂੰ ਬੁਲਾਇਆ ਉੱਪਰ ਨਾਨਕ ਨਿਵਾਸ ਦੇ, ਫਿਰ ਬਕਾਇਦਾ ਕੁਰਸੀ ਮੰਗਾਈ ਗਈ, ਫਿਰ ਦਾਨਿਸ਼ ਨੂੰ ਬੁਲਾਇਆ ਗਿਆ, ਉਹ ਬਕਾਇਦਾ ਰਿਕਾਰਡਿੰਗ ਕਰਾਈ ਗਈ, ਫੋਟੋ ਖਿਚਾਈਆਂ। ਉਹ ਫੋਟੋ ਇੱਕ ਮੇਰੇ ਕੋਲ ਵੀ ਹੈਗੀ ਆ, ਹੋਰਾਂ ਲੋਕਾਂ ਕੋਲ ਵੀ ਹੈਗੀਆਂ ਨੇ ਫੋਟੋਆਂ। ਤੋਂ ਉਹ ਰਿਕਾਰਡਿੰਗ ਵੀ ਹੈ ਕਿਸੇ ਕੋਲੇ? ਰਿਕਾਰਡਿੰਗ ਮੈਂ ਕਈ ਵਾਰੀ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਕਹਿੰਦਾ ਟਕਸਾਲ ਵਾਲਿਆਂ ਕੋਲ ਹੈਗੀ ਆ। ਹੁਣ ਦੇਖੋ ਜਿਹੜੇ ਟਕਸਾਲ ਦੇ ਵਰਤਮਾਨ ਮੁਖੀ ਨੇ, ਜਿਨ੍ਹਾਂ ਨੇ 10 ਸਾਲ ਘੱਟੋ ਘੱਟ ਰੌਲਾ ਪਾਈ ਰੱਖਿਆ ਵੀ ਸੰਤ ਸ਼ਹੀਦ ਨਹੀਂ ਹੋਏ, ਉਹ ਹੁਣ ਰੂਲਿੰਗ ਉਹ ਦੇਣਗੇ ਮੈਨੂੰ। ਉਹ ਇੱਕ ਹੋਰ ਜਾਣਕਾਰੀ ਦਿਓ, ਜਦੋਂ ਆਪਾਂ ਸਰਦਾਰ ਕਪੂਰ ਸਿੰਘ ਦੀ ਗੱਲ ਕਰਦੇ ਹਾਂ, ਤੁਸੀਂ ਲੰਮਾ ਸਮਾਂ ਉਹਨਾਂ ਦਾ ਸਾਥ ਮਾਣਿਆ। 84 ਤੋਂ ਬਾਅਦ, ਮੈਂ 84 ਤੋਂ ਪਹਿਲਾਂ ਦੀ ਗੱਲ ਨਹੀਂ ਕਰਦਾ, ਜੂਨ 1984 ਤੋਂ ਬਾਅਦ ਤੁਹਾਡਾ ਉਹਨਾਂ ਨਾਲ ਮਿਲਾਪ ਹੋਇਆ? ਹਾਂਜੀ, ਹੋਇਆ ਸੀ। ਸਰਦਾਰ ਕਪੂਰ ਸਿੰਘ ਦੀ ਮੈਂ ਗਿਆ ਜਗਰਾਉਂ ਹੋਇਆ? ਜਗਰਾਉਂ। ਹਾਂਜੀ। ਤੇ ਇਸ ਮੁੱਦੇ ਦੇ ਉੱਪਰ 84 ਦੇ ਮੁੱਦੇ ਤੇ ਉਹਨਾਂ ਦਾ ਕੀ ਕਹਿਣਾ ਸੀ? ਉਹ ਤਾਂ ਇਹੀ ਕਹਿੰਦੇ ਸੀ ਵੀ ਤੁਸੀਂ ਜਿਹੜਾ ਇਹ ਨਾ, ਇਹ ਇਹਨਾਂ ਨੇ ਆਪ ਮਰਵਾਏ ਨੇ, ਸ਼ਹੀਦ ਕਰਵਾਏ ਸੰਤ ਜਰਨੈਲ ਸਿੰਘ। ਉਹਨਾਂ ਦਾ ਇਹੀ ਫੀਲ, ਜਿਹੜੀ ਮੈਂ ਆਪਾਂ ਗੱਲਾਂ ਕਰ ਰਹੇ ਹਾਂ ਵੀ ਇਹੀ ਕਰਵਾਉਣ ਵਾਲੇ ਨੇ, ਇਹੀ ਉਹਨਾਂ ਨੂੰ ਕਰਾਉਣ ਵਾਲੇ ਇੱਕ ਹੈਗੇ ਨੇ। ਉਹ ਕਹਿੰਦੇ ਇਹਨਾਂ ਨੇ ਕਰਵਾਇਆ ਨਹੀਂ। ਬਾਬਾ ਜਰਨੈਲ ਸਿੰਘ ਬਾਰੇ ਸਰਦਾਰ ਕਪੂਰ ਸਿੰਘ ਦਾ ਨਜ਼ਰੀਆ ਕੀ ਸੀ? ਉਹ ਕਹਿੰਦੇ ਸੀ ਵੀ ਇਹ ਸੱਚਾ ਸੁੱਚਾ ਆਦਮੀ ਹੈ। ਠੀਕ ਹੈ, ਬਾਬਾ ਜਰਨੈਲ ਸਿੰਘ। ਹਾਂਜੀ, ਉਹਨਾਂ ਨੇ ਸਾਫ਼ ਕਿਹਾ, ਕਹਿੰਦੇ ਇਹਨਾਂ ਨੇ ਮਰਵਾਇਆ। ਮੈਂ ਕਿਹਾ ਜੀ, ਉਹ ਤਾਂ ਕਹਿੰਦੇ ਵੀ ਭੱਜ ਕੇ ਨਿਕਲਿਆ, ਕਹਿੰਦਾ ਨਾ, ਇਹ ਗੱਲਾਂ ਗਵਰਨਮੈਂਟ ਕਰਦੀ ਹੈ। ਹਾਂ, ਅੱਛਾ, ਇਹ ਗੱਲ ਸਰਦਾਰ ਕਪੂਰ ਸਿੰਘ ਨੇ ਕਹੀ ਹੈ। ਸਰ ਮਾਨ ਦੇਖੋ, ਹੁਣ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਮੂਹਰੇ ਵੀ ਜਾ ਕੇ ਗੱਲਾਂ ਕਹਿ ਸਕਦਾ, ਕਿਉਂਕਿ ਇਹ ਝੂਠ ਬੋਲਣ ਦਾ ਨਹੀਂ ਹੁੰਦਾ। ਜਿੱਥੇ ਮਸਲੇ ਕੌਮ ਦੇ ਹੋਣ ਨਾ ਜੀ, ਉੱਥੇ ਤੁਸੀਂ ਝੂਠ ਨਾ ਬੋਲੋ ਕਦੇ ਵੀ, ਕਿਉਂਕਿ ਹੁਣ ਆਪਣਾ ਤਾਂ ਜਿਹੜਾ ਕੁਝ ਇਹਨਾਂ ਨੇ ਨੁਕਸਾਨ ਕਰਨਾ ਸੀ ਉਹ ਹੀ ਕਰ ਲਿਆ ਹੋਇਆ, ਬਾਕੀ ਕਰੀ ਵੀ ਜਾ ਰਹੇ ਨੇ। ਤੇ ਹੁਣ ਜੇ ਆਪਾਂ ਐਂ ਬੋਲਾਂਗੇ ਫਿਰ ਉਹ ਠੀਕ ਨਹੀਂ ਲੱਗਦਾ। ਇਹ ਤਾਂ ਹੁਣ ਦੇਖੋ, ਈਵਨ ਦਰਸ਼ਨ ਸਿੰਘ ਫੇਰੂਮਾਨ, ਜਦੋਂ ਉਹਨੂੰ ਪਤਾ ਸੀ, ਜਦੋਂ ਫੇਰੂਮਾਨ ਸਾਹਿਬ ਨੇ ਵਰਤ ਰੱਖਣ ਦਾ ਮਨ ਬਣਾਇਆ, ਕਿਉਂਕਿ ਉਦੋਂ ਵੀ ਇਹ ਹਾਲਾਤ ਪੈਦਾ ਹੋ ਗਏ ਸੀ, ਕੁੰਡ ਬਣਾ ਲਏ ਅਕਾਲ ਤਖਤ ਦੇ ਉੱਪਰ, ਹੋਰ ਇਹੋ ਜਿਹੀਆਂ ਗੱਲਾਂ ਕਰ ਲਈਆਂ, ਮਰਨ ਵਰਤ ਰੱਖ ਕੇ ਤੋੜ ਭਗੌੜੇ ਹੋ ਗਏ, ਸਿੱਖੀ ਦੀ ਬੜੀ ਢਾਲ ਲੱਗੀ ਸੀ। ਉਹਨੇ ਫਿਰ ਇਹ ਮਨ ਬਣਾਇਆ ਸੀ ਵੀ ਮੈਂ ਹੁਣ ਇਹਨੂੰ ਕੁਰਬਾਨੀ ਨਾਲ ਧੋਵਾਂਗਾ। ਜਦੋਂ ਉਹਨੇ ਮਨ ਬਣਾਇਆ ਤਾਂ ਉਹਨੇ ਪਹਿਲਾਂ ਹੀ, ਉਹ ਉਸ ਵੇਲੇ ਜਦੋਂ ਮੈਂ ਉੱਥੇ ਅੰਮ੍ਰਿਤਸਰ ਹੁੰਦਾ ਸੀ ਤਾਂ ਮੈਨੂੰ ਸਰਦਾਰ ਕਰਤਾਰ ਸਿੰਘ ਹੁੰਦੇ ਸੀ, ਇੱਕ ਬਿਆਸ ਦੇ ਐਮਐਲਏ, ਹੁਣ ਤਾਂ ਨਹੀਂ ਹੋਣੇ, ਸਾਬਕਾ ਐਮਐਲਏ ਸੀ। ਉਹਨਾਂ ਨੇ ਮੈਨੂੰ, ਉਹ ਫੇਰੂਮਾਨ ਸਾਹਿਬ ਦੇ ਕਾਫੀ ਕਲੋਜ਼ ਸੀਗੇ, ਕਿ ਜਦੋਂ ਉਹਨਾਂ ਨੇ ਮਨ ਬਣਾਇਆ ਉਹਨੇ ਪਹਿਲਾਂ ਹੀ ਗੱਲ ਕਹੀ ਵੀ ਕਪੂਰ ਸਿੰਘ ਨੂੰ ਲਿਆਓ, ਪਹਿਲਾਂ ਤਾਂ ਉਹਨੇ ਗੱਲ ਕਰੀਏ। ਉਹਨਾਂ ਪੁੱਛ ਕੇ ਫਿਰ ਉਹ ਸਾਰੀ ਮਰਨ ਵਰਦੀ ਸਕੀਮ ਬਣੀ। ਉਹ ਜਿਹੜੀ ਵਸੀਅਤ ਉਹ ਹੱਥਾਂ ਦੇ ਸਰਦਾਰ ਕਪੂਰ ਸਿੰਘ ਦੇ ਹੱਥਾਂ ਲਿਖੀ ਹੋਈ ਹੈ। ਤੇ ਉਹਨਾਂ ਦੀ, ਅੱਛਾ, ਜਿਹੜੀ ਫੇਰੂਮਾਨ ਸਾਹਿਬ ਦੀ ਵਸੀਅਤ ਹੈ ਸਰਦਾਰ ਕਪੂਰ ਸਿੰਘ ਦੇ ਹੱਥਾਂ ਲਿਖੀ ਹੈਂਡ ਰਿਟਨ ਹੈ ਜੀ, ਮੈਂ ਫਿਰ ਕੋਲ ਫੋਟੋ ਪਈ ਹੈ। ਉਹ ਓਰੀਜਨਲ ਕਿੱਥੇ ਪਈ ਹੋਈ ਹੈ? ਓਰੀਜਨਲ ਇੱਥੇ ਇਹਨਾਂ ਦੇ ਪੇਪਰਸ ਦੇ ਵਿੱਚ ਹੈਗੀ ਹੈ। ਉਹਨੇ ਆਪਣੇ ਸਰਦਾਰ ਕਪੂਰ ਦੇ ਜਿਹੜੇ ਦਸਤਾਵੇਜ਼ ਹੁੰਦੇ ਉਹਨਾਂ 'ਚ ਹੈਗੀ ਹੈ। ਉਹਦੇ ਕਈ ਕਾਪੀਆਂ ਸੀਗੀਆਂ ਫੇਰੂਮਾਨ ਸਾਹਿਬ ਕੋਲੇ, ਘਰ ਵੀ ਉਹਨਾਂ ਦੇ ਹੋਣੇ। ਸਰਦਾਰ ਕਪੂਰ ਸਿੰਘ ਦੀ ਲਾਇਬ੍ਰੇਰੀ ਕਿਹਦੇ ਅੰਡਰ ਹੈ?
ਲਾਇਬ੍ਰੇਰੀ ਹੁਣ ਤਾਂ ਜਿਹੜੇ ਕੁਝ ਪੇਪਰ ਤਾਂ ਗੁਰਤੇਜ ਸਿੰਘ ਕੋਲੇ ਆ, ਕੁਝ ਉਹਨਾਂ ਦੇ ਅਸੀਂ ਹੁਣ ਦੁਬਾਰਾ ਛਾਪੇ ਵੀ ਆ, ਜਿਹੜੇ ਕਿਤਾਬ ਉਹਨਾਂ ਨੇ ਛਾਪਣੀ ਚਾਹੁੰਦੇ ਸੀ ਆਪਣੀ ਲਾਈਫ ਟਾਈਮ 'ਚ, ਉਹਦਾ ਨਾਂ ਹੈਗਾ ਸਮ ਡਾਕੂਮੈਂਟਸ ਔਨ ਸਿੱਖ ਹੋਮਲੈਂਡ। ਉਹ ਅਸੀਂ ਛਪਵਾ ਦਿੱਤੀ ਹੈ, ਸਿੰਘ ਬ੍ਰਦਰ ਨੇ ਛਾਪ ਦਿੱਤੀ ਆ। ਉਹਦੇ ਵਿੱਚ ਉਹਨਾਂ ਦੀਆਂ ਲੋਕ ਸਭਾ ਦੀਆਂ ਸਪੀਚਸ ਨੇ ਤੇ ਜਿਹੜੇ ਉਹਨਾਂ ਦੇ ਦਸਤਾਵੇਜ਼ ਨੇ ਉਹ ਹੈਗੇ ਨੇ। ਉਦੋਂ ਮੈਂਬਰ ਸੀ ਸਰਦਾਰ ਕਪੂਰ ਸਿੰਘ ਵਿਧਾਨ ਸਭਾ ਦੇ। ਨਹੀਂ, ਸਰਦਾਰ ਕਪੂਰ ਸਿੰਘ ਦਾ ਸਿੱਖ ਹੋਮਲੈਂਡ ਬਾਰੇ ਕੀ ਕਹਿਣਾ ਸੀ? ਸਿੱਖ ਹੋਮਲੈਂਡ ਤਾਂ ਉਹ ਕਹਿੰਦੇ ਸੀ ਵੀ ਜੇ ਸਿੱਖਾਂ ਨੇ ਇਸ ਰਹਿਣਾ ਹੈ ਤਾਂ ਸਿੱਖਾਂ ਨੂੰ ਬਗੈਰ ਇਸ ਆਜ਼ਾਦੀ ਦੇ ਜਿਹੜੀ ਆਟੋਨਮੀ ਚਾਹੁੰਦੇ ਸੀ ਉਹ ਵੀ ਇਸ ਤਰ੍ਹਾਂ ਤੋਂ ਬਿਨਾਂ ਸਿੱਖ ਨਹੀਂ ਬਚ ਸਕਦੇ। ਕਹਿੰਦੇ ਜਿਹੜੀ ਉਹ ਲਾਸਟ ਇੰਟਰਵਿਊ ਉਹ 'ਚ ਵੀ ਇਹਨਾਂ ਨੇ ਇਹੀ ਕਿਹਾ ਵੀ ਮੈਂ ਚਾਹੇ 15,000 ਵਾਰੀ ਜਨਮ ਲਵਾਂ, ਮੈਂ ਇਹੀ ਕਹਾਂਗਾ ਵੀ ਸਿੱਖਾਂ ਦਾ ਭਲਾ ਇਸ 'ਚ ਹੋ ਸਕਦਾ, ਆਪਣਾ ਹੋਮਲੈਂਡ ਹੋਵੇ। ਹਾਂ, ਜਿੰਨੀਆਂ ਸਪੀਚਸ ਪਾਰਲੀਮੈਂਟ 'ਚ ਹੋਈਆਂ ਨੇ। ਅੱਛਾ, ਤੁਸੀਂ ਇਹ ਦੇਖੋ ਵੀ ਸਿਰਫ ਉਹਨਾਂ ਦੀ ਇਹੀ ਆਵਾਜ਼ ਸਿੱਖਾਂ ਦੀ ਉੱਠੀ ਤੇ ਉਹਨਾਂ ਨੇ ਪਾਰਲੀਮੈਂਟ ਨੇ ਉਹਨਾਂ ਦੇ ਜਦੋਂ ਪੂਰੇ ਹੁੰਦੇ ਨੇ ਪਾਰਲੀਮੈਂਟ ਸ਼ੋਕ ਮਤਾ ਪਾਸ ਕਰਦੀ ਹੈ। ਸਰਦਾਰ ਕਪੂਰ ਸਿੰਘ ਦੇ ਕੇਸ 'ਚ ਨਹੀਂ ਹੋਇਆ। ਅੱਛਾ, ਉਹਨਾਂ ਦੀ ਡੈਥ ਦੇ ਉੱਪਰ ਸ਼ੋਕ ਮਤਾ ਨਹੀਂ ਪੜਿਆ ਗਿਆ। ਜਿਹੜਾ 6 ਮਹੀਨੇ ਮੈਂਬਰ ਪਾਰਲੀਮੈਂਟ ਰਹੇ ਤਾਂ ਉਹਦੇ ਮਤਾ ਪਾਸ ਕਰਦੀ ਹੈ। ਸਰਦਾਰ ਕਪੂਰ ਸਿੰਘ 5 ਸਾਲ ਰਹੇ, 62 ਤੋਂ ਲੈ ਕੇ 67 ਤੱਕ ਕੋਈ ਮਤਾ ਨਹੀਂ ਪਾਸ ਹੋਇਆ। ਮੈਂ ਆਰਟੀ ਥੱਲੇ ਇਨਫੋਰਮੇਸ਼ਨ ਲਈ ਹੈ, ਫਿਰ ਕਈ ਅਖਬਾਰਾਂ 'ਚ ਖਬਰ ਛਾਪੀ ਆ ਸੀ ਤੇ ਇਹ ਨਹੀਂ ਹੋਇਆ। ਮੈਨੂੰ ਸਰਦਾਰ ਕਪੂਰ ਸਿੰਘ ਇੱਕ ਵਾਰੀ ਦੱਸਦੇ ਸੀ, ਕਹਿੰਦੇ ਇੱਕ ਵਾਰੀ ਪੰਡਿਤ ਨਹਿਰੂ ਨੇ ਤਾਰਾ ਸਿੰਘ ਨੂੰ ਬੁਲਾ ਕੇ ਕਿਹਾ, ਕਹਿੰਦਾ ਹੋਰ ਜੋ ਮਰਜ਼ੀ ਕਰ ਲਓ ਯਾਰ, ਇਹ ਸਰਦਾਰ ਨੂੰ ਪਾਰਲੀਮੈਂਟ 'ਚ ਨਾ ਭੇਜਣਾ। ਸਰਦਾਰ ਕਪੂਰ ਸਿੰਘ ਦੀ ਐਜੂਕੇਸ਼ਨ ਕੀ ਸੀ? ਐਜੂਕੇਸ਼ਨ ਉਹਦਾ ਐਮਏ ਤਾਂ ਉਹਨਾਂ ਨੇ ਕੀਤੀ ਜਿੱਥੋਂ ਗਵਰਨਮੈਂਟ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਾਹੌਰ 'ਚੋਂ। ਫਿਰ ਉਹ ਕੈਂਬਰਿਜ ਯੂਨੀਵਰਸਿਟੀ 'ਚ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਸੀ। ਪੋਸਟ ਗ੍ਰੈਜੂਏਸ਼ਨ ਟੌਪ ਕੀਤਾ ਉੱਥੇ ਵਿੱਚ। ਤੁਸੀਂ ਦੇਖੋ। ਅੱਛਾ, ਕੈਂਬਰਿਜ ਦੇ ਟੌਪ? ਹਾਂਜੀ, ਤੁਸੀਂ ਗੱਲ ਸੁਣੋ। ਮੈਨੂੰ ਇੱਕ ਵਾਰੀ ਮੇਰੇ ਨਾਲ ਕਾਫੀ ਗੱਲਾਂ ਕਰ ਲੈਂਦੇ ਸੀ, ਜਿਵੇਂ ਆਪਾਂ ਕੋਈ ਇਹ ਗੱਲ ਕੋਈ ਮਾਣ ਨਾਲ ਨਹੀਂ ਕਹਿ ਸਕਦਾ, ਕਿਉਂਕਿ ਨੰਬਰ ਕਿਹਨੂੰ ਕਿੰਨੇ ਲੈਣੇ ਨੇ ਇਹ ਤਾਂ ਐਗਜ਼ਾਮੀਨਰ ਨੂੰ ਪਤਾ, ਪੇਪਰ 'ਚ ਕੀ ਆਊਗਾ ਕਿਸੇ ਨੂੰ ਨਹੀਂ ਪਤਾ। ਨਹੀਂ, ਕਹਿੰਦੇ ਮੈਂ ਅੰਗਰੇਜ਼ਾਂ ਨੂੰ ਬਿੱਲੇ ਕਹਿੰਦਾ ਹੁੰਦਾ ਸੀ। ਕਹਿੰਦੇ ਮੈਂ ਕਹਿੰਦੀ ਆਓ ਬਿੱਲੋ ਮੇਰਾ ਮੁਕਾਬਲਾ ਕਰੋ। ਕੋਈ ਕਹਿ ਸਕਦਾ ਜੀ ਐ? ਨਾਲ ਜਿਹੜਾ ਬੰਦਾ ਆਰਟਸ ਦੇ ਵਿੱਚ ਹੋਵੇ, ਸਾਇੰਸ ਚਲੋ ਸਾਇੰਸ ਵਾਲੇ ਕਹਿ ਦਿੰਦੇ ਵੀ ਨੰਬਰ 92 ਆਉਣੇ ਨੇ, ਉਹਨਾਂ ਕੋਲ ਤਾਂ ਫਿਲਾਸਫੀ ਸੀ। ਨਹੀਂ, ਸਰਦਾਰ ਕਪੂਰ ਸਿੰਘ ਦਾ 84 ਨੂੰ ਲੈ ਕੇ ਜੋ ਤੁਹਾਡੇ ਨਾਲ ਹੋਈ ਹੈ ਵਿਚਾਰ, ਹਾਂਜੀ, ਕਿਉਂਕਿ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਕੁਝ ਐਸੀਆਂ ਨੇ ਜਿਹੜੀਆਂ ਲਿਖਤ ਰੂਪ ਦੇ ਵਿੱਚ ਨਹੀਂ ਆਈਆਂ, ਪਰ ਸਿੱਖ ਹੋਮਲੈਂਡ ਬਾਰੇ ਜਿਹੜੇ ਉਹਨਾਂ ਦੇ ਵਿਚਾਰ ਤੁਸੀਂ ਦੱਸ ਰਹੇ ਹੋ ਵੀ ਉਹਨਾਂ ਦੇ ਬੜੇ ਪੋਜ਼ਿਟਿਵ ਵਿਚਾਰ ਸੀ ਵੀ ਇਹ ਤੋਂ ਬਿਨਾਂ ਸਿੱਖਾਂ ਦੀ ਗਤੀ ਨਹੀਂ ਹੋ ਸਕਦੀ। ਪਰ 84 ਨੂੰ ਲੈ ਕੇ ਜੋ ਸਰਦਾਰ ਕਪੂਰ ਸਿੰਘ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਉਹਦੇ ਵਿੱਚ ਕੀ ਕਹਿੰਦੇ ਟਾਲ ਸਕਦੇ ਸੀ? ਜੇ ਟਾਲ ਸਕਦੇ ਸੀ ਤੇ ਸਰਦਾਰ ਕਪੂਰ ਸਿੰਘ ਵੀ ਤੇ ਇੱਕ ਸਿੱਖ ਲੀਡਰ ਸੀ ਨਾ, ਉਹਨਾਂ ਦਾ ਕੀ ਰੋਲ ਸੀ ਫਿਰ? ਸਰਦਾਰ ਕਪੂਰ ਸਿੰਘ ਤਾਂ ਪਹਿਲਾਂ ਹੀ ਮਾਰਜਨਲਾਈਜ਼ ਕਰ ਦਿੱਤੇ। ਤੁਹਾਨੂੰ ਪਤਾ ਹੋਣਾ ਵੀ 82 83 ਦੇ ਵਿੱਚ ਹੀ ਸਰਦਾਰ ਕਪੂਰ ਸਿੰਘ ਦਾ ਕੋਈ ਬ੍ਰੇਨ ਤੇ ਹੋਇਆ ਸੀ ਅਸਰ, ਜਿਹੜੇ ਅਮਰੀਕਾ ਦੇ ਵਿੱਚ ਸੀਗੇ। ਤਾਂ ਈਵਨ ਦੱਸਦੇ ਸੀ ਮੈਨੂੰ, ਸਰਦਾਰ ਜੀ ਨੇ ਗੱਲ ਦੱਸੀ ਸੀ, ਕਹਿੰਦੇ ਮੈਨੂੰ ਜਰਨੈਲ ਸਿੰਘ ਕਹਿਣ ਲੱਗਾ ਵੀ ਤੁਹਾਡੋਂ ਜੀ ਮੈਂ ਤੁਹਾਡਾ ਲਿਖਿਆ ਹੋਇਆ ਪੜ੍ਹਦਾ ਰਹਿੰਦਾ ਵੀ ਤੁਹਾਡੀਆਂ ਕਈ ਗੱਲਾਂ ਮੈਨੂੰ ਸਮਝ ਆਉਂਦੀਆਂ ਨੇ, ਕਈ ਨਹੀਂ ਸਮਝ ਆਉਂਦੀਆਂ। ਕਹਿੰਦੇ ਫਿਰ ਮੈਨੂੰ ਐਂ ਲੱਗਦਾ ਸੱਚ ਬੋਲਦਾ, ਜੇ ਬੰਦਾ ਉਹੀ ਕਹਿੰਦਾ ਹੁੰਦਾ ਨਾ, ਕਹਿੰਦਾ ਸੱਚ ਬੋਲਦਾ। ਕਹਿੰਦਾ ਫਿਰ ਉਹਨੇ ਕਿਹਾ ਜਰਨੈਲ ਸਿੰਘ ਨੇ, ਕਹਿੰਦੇ ਮੈਨੂੰ ਪਤਾ ਤੁਸੀਂ ਬਿਮਾਰ ਰਹਿੰਦੇ ਹੋ ਵੀ ਮੇਰੇ ਕੋਲ ਕਹਿੰਦਾ ਪੈਸੇ ਹੁਣ ਬਹੁਤ ਪਏ ਨੇ, ਕਹਿੰਦੇ ਮੇਰੇ ਵੀ ਕੰਮ ਨਹੀਂ ਆਉਣੇ ਇਹ, ਕਹਿੰਦਾ ਤੁਸੀਂ ਜਿੰਨੇ ਲੈਣੇ ਲੈ ਜਾਓ, ਆਪਣਾ ਇਲਾਜ ਕਰਵਾਓ। ਉਹ ਵੀ ਵਿਦਵਾਨਾਂ ਦੇ ਪ੍ਰਤੀ ਬਾਬਾ ਜਰਨੈਲ ਸਿੰਘ ਦਾ ਨਜ਼ਰੀਆ ਬਹੁਤ ਵਧੀਆ ਸੀ। ਜਰਨੈਲ ਸਿੰਘ ਵਰਗਾ ਬੰਦਾ ਹੀ ਨਹੀਂ ਜੇ ਹੋਣਾ ਕੋਈ, ਉਹ ਜਿਹਾ ਕਿਹੜਾ ਹੋ ਜਾਊਗਾ। ਉਹ ਤਾਂ ਵਿਚਾਰੇ ਬਹੁਤ ਇੱਕ ਤੋਹਫਾ ਸੀ ਕੌਮ ਨੂੰ ਮਿਲਿਆ ਹੋਇਆ। ਤੇ ਉਹ ਕਹਿੰਦੇ ਫਿਰ ਕਹਿੰਦੇ ਮੈਂ ਕਿਹਾ ਮੇਰਾ ਜਿਹੜਾ ਇਲਾਜ ਹੋਣਾ ਸੀ ਮੈਂ ਕਰਵਾ ਲਿਆ, ਹੁਣ ਮੈਨੂੰ ਹੋਰ ਇਲਾਜ ਦੀ ਲੋੜ ਨਹੀਂ ਤਾਂ ਕੋਈ ਹੋਰ ਬੰਦਾ ਹੁੰਦਾ ਫੜੀ ਲੈਂਦਾ ਕੋਈ ਪੈਸੇ। ਉਹ ਕਹਿੰਦੇ ਨਹੀਂ ਹੋਰ ਨਹੀਂ ਹੁਣ ਕਰਾਉਣਾ। ਤੇ ਕਿਉਂਕਿ ਉਹ ਕਹਿੰਦੇ ਸੀ ਵੀ ਅਮਰੀਕਾ 'ਚ ਜਦੋਂ ਉਹਨਾਂ ਨੂੰ ਅਟੈਕ ਹੋਇਆ ਸੀ ਤਾਂ ਉਹ ਕਹਿੰਦੇ ਸੀ ਵੀ ਤਾਂ ਪਿੱਛੋਂ ਖੋਪਰੀ ਲਾ ਕੇ ਅਸੀਂ ਇਸ ਤਰ੍ਹਾਂ ਕਰਾਂ। ਕਹਿੰਦੇ ਮੈਂ ਕਿਹਾ ਇਹ ਨਹੀਂ ਮੈਂ ਲਾਉਣੀ, ਇਹ ਨਹੀਂ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਪਹਿਲਾਂ ਵੀ ਕਿਸੇ ਨੇ ਅਸੀਂ ਉਹ ਸੰਤ ਸਿਪਾਹੀ ਮੈਗਜ਼ੀਨ ਹੁੰਦਾ ਸੀ, ਰਜਿੰਦਰ ਕੌਰ ਮੈਡਮ ਕੱਢਿਆ ਕਰਦੇ ਸੀ। ਇਹ ਗੱਲ ਰਜਿੰਦਰ ਕੌਰ ਨਾਲ ਹੋਈ ਸੀ, ਲਿਖੀ ਵੀ ਉਹਨਾਂ ਨੇ ਕਿਸੇ ਜਰਨਲ 'ਚ। ਕੋਈ ਸਰਦਾਰ ਕਪੂਰ ਸਿੰਘ ਆਪਣੇ ਹਰੇਕ ਗੱਲ ਬਾਰੇ ਬੜਾ ਪਰਟੀਕੂਲਰ ਹੁੰਦੇ ਸੀ। ਉਦੋਂ ਇਹਨਾਂ ਦਾ ਕੋਈ ਆਪਰੇਸ਼ਨ ਹੋਣਾ ਸੀ ਪੈਰ ਤੇ ਕੋਈ, ਤਾਂ ਉਦੋਂ ਡਾਕਟਰ ਕਹਿਣ ਲੱਗੇ ਵੀ ਪੂਰਾ ਬੇਹੋਸ਼ ਕਰਕੇ ਅਸੀਂ ਕਰਾਂਗੇ। ਇਹ ਕਹਿੰਦੇ ਬੇਹੋਸ਼ ਨਹੀਂ ਹੁੰਦਾ, ਬੇਹੋਸ਼ ਨਹੀਂ ਹੋਣਾ। ਫਿਰ ਗੱਲ ਹੋ ਗਈ ਵੀ ਆਪਰੇਸ਼ਨ ਕਿਵੇਂ ਹੋਊਗਾ। ਫਿਰ ਸਰਦਾਰ ਕਪੂਰ ਸਿੰਘ ਨੇ ਆਪ ਹੀ ਹੱਲ ਦੱਸਿਆ, ਕਹਿੰਦੇ ਕੋਈ ਕਿਤਾਬ ਲਿਆਓ ਜਿਹੜੀ ਮੇਰੇ ਇੰਟਰਸਟ ਦੀ ਹੋਵੇ, ਮੈਂ ਕਿਤਾਬ ਪੜਾਂਗਾ, ਤੁਸੀਂ ਆਪਰੇਸ਼ਨ ਕਰ ਦਿਓ। ਇਸੇ ਤਰ੍ਹਾਂ ਹੀ ਹੋਇਆ ਜੀ, ਕਿਤਾਬ ਪੜ੍ਹੀ ਗਿਆ, ਆਪਰੇਸ਼ਨ ਹੋਇਆ। ਇਹ ਗੱਲਾਂ ਲਿਖੀਆਂ ਹੋਈਆਂ ਨੇ ਵੀ ਧਿਆਨ ਹੀ ਇੰਨਾ ਜ਼ਿਆਦਾ ਕਿਤਾਬ ਵਾਲੇ ਪਾਸੇ ਆ ਗਿਆ ਵੀ ਉਧਰ ਗਿਆ ਹੀ ਨਹੀਂ। ਹਾਂਜੀ, ਤੁਸੀਂ ਦੇਖੋ ਮੇਰੇ ਕੋਲੋਂ ਵੀ ਕਈ ਕਿਤਾਬਾਂ ਜਦੋਂ ਮੈਂ ਉੱਥੇ ਹੁੰਦਾ ਸੀ ਮੇਰੇ ਕਮਰੇ 'ਚ ਆ ਜਾਂਦੇ ਸੀ, ਮੈਂ ਉਹਨਾਂ ਦੇ ਘਰ ਚਲਾ ਜਾਂਦਾ ਸੀ। ਉਹ ਵੀ ਮੇਰੇ ਤੇ ਉਹ ਥੋੜ੍ਹਾ ਜਿਹਾ ਇਸ ਤਰ੍ਹਾਂ ਕਈ ਵਾਰੀ ਨਾਰਾਜ਼ਗੀ ਦਿਖਾਉਂਦੇ ਸੀ ਵੀ ਤੇਰਾ ਕਮਰਾ ਸਾਫ਼ ਨਹੀਂ ਹੁੰਦਾ। ਉਹ ਮੈਂ ਆਪ ਕਹਿਣਾ, ਹੁਣ ਵੀ ਕਹਿਣਾ ਵੀ ਮੈਂ ਜਿੰਨਾ ਉਹ ਸਾਫ਼ ਸੀ ਕਿ ਮੈਂ ਸਾਫ਼ ਨਹੀਂ ਸੀ ਰਹਿ ਸਕਦਾ। ਤੇ ਮੈਨੂੰ ਉਹਨਾਂ ਨੇ ਫਿਰ ਆਪਣਾ ਘਰ ਵੀ ਅੰਦਰੋਂ ਦਿਖਾਇਆ ਜਿੱਥੇ ਰਹਿੰਦੇ ਸਨ, ਉਹ ਕਰਦੇ ਸਨ। ਤੇ ਬੜਾ ਸਾਫ਼ ਸੁਥਰਾ ਘਰ ਸੀ, ਟਿਕਾਣੇ ਹਰ ਚੀਜ਼। ਜਿਹੜਾ ਬੰਦਾ ਇੰਨਾ ਆਰਗੇਨਾਈਜ਼ਡ ਨਾ ਹੋਵੇ ਜੀ ਜ਼ਿੰਦਗੀ 'ਚ, ਹਰ ਚੀਜ਼ ਨੂੰ ਟਿਕਾਣੇ ਸਿਰ ਰੱਖਣਾ ਹੋ, ਉਹਨੂੰ ਫਿਰ ਉਹੋ ਜਿਹੇ ਬੰਦੇ ਅਚੀਵਮੈਂਟ ਨਹੀਂ ਕਰ ਸਕਦੇ। ਕਿੱਥੇ ਦੇਖੋ 8ਵੀਂ ਤੋਂ ਲੈ ਕੇ 8ਵੀਂ ਤੱਕ ਦਾ ਪਿੰਡ ਪੜ੍ਹੇ,
ਪਿੰਡਾਂ 'ਚੋਂ ਲੈ ਕੇ ਫਿਰ ਉਹ 10ਵੀਂ 9ਵੀਂ 10ਵੀਂ ਲਈ ਲੈਲਪੁਰ ਸਕੂਲ 'ਚ ਆ ਕੇ, ਜਿੱਥੇ ਮਾਸਟਰ ਤਾਰਾ ਸਿੰਘ ਹੈਡ ਮਾਸਟਰ ਲੱਗਿਆ ਹੋਇਆ ਸੀ, ਉੱਥੇ ਸਾਰੇ ਪੰਜਾਬ 'ਚੋਂ ਟੌਪ ਕੀਤਾ ਉਹਨਾਂ ਨੇ। 1925 ਦੀ ਗੱਲ ਆ, ਮੈਨੂੰ ਦੱਸੀ ਕਿਸੇ ਨੇ। ਫਿਰ ਪੰਜਾਬ ਯੂਨੀਵਰਸਿਟੀ ਟੌਪ ਕੀਤਾ ਉਹਨਾਂ ਨੇ। ਤੁਸੀਂ ਹੁਣ ਦੇਖੋ ਸਾਡੀ ਸਿੱਖਾਂ ਦੀ ਤਰਾਸਦੀ ਕੀ ਹੈ। ਜਿਹੜਾ ਸਰਦਾਰ ਕਪੂਰ ਸਿੰਘ ਦਾ ਘਰ ਸੀਗਾ, ਉਹ ਜਿਹਨਾਂ ਦੇ ਬੜੇ ਪੇਪਰਸ ਵਗੈਰਾ ਹੋਰ ਪਏ ਸੀ, ਕੁਛ ਤਾਂ ਉਹਨਾਂ ਨੇ ਗੁਰਤੇਜ ਸਿੰਘ ਹੁਣੀ ਚੱਕ ਲਿਆਏ ਉਹਨਾਂ ਦੇ ਘਰੋਂ, ਵੀ ਕੋਈ ਕਾਫੀ ਕਾਬੂ ਕਰ ਲਿਆ। ਕੁਛ ਜਿਹੜੀਆਂ ਕਈ ਕਿਤਾਬਾਂ ਸੀ, ਜਿਵੇਂ ਉਹਨਾਂ ਨੂੰ ਜੋ MA 'ਚ ਫਸਟ ਆਏ ਇਨਾਮ 'ਚ ਮਿਲੀ ਸੀ, ਉਹ ਕਿਤਾਬਾਂ ਰੱਦੀ 'ਚ ਵਿਕੀਆਂ ਨੇ ਜੀ ਚੰਡੀਗੜ੍ਹ ਦੀ ਮਾਰਕੀਟ 'ਚ। ਇਹ ਮੈਨੂੰ ਕਿਸੇ ਪ੍ਰੋਫੈਸਰ ਮੇਰੇ ਦੋਸਤ ਨੇ ਦੱਸਿਆ, ਕਹਿੰਦੇ ਜਿਹੜੀ ਕਿਤਾਬ ਅਸੀਂ ਚੱਕਿਆ ਕਰੀ ਉਹ ਕਪੂਰ ਸਿੰਘ ਦੀ ਹੋਇਆ ਕਰੇ। ਦੇਖੋ ਸਿੱਖ ਕੌਮ ਨੇ ਇੰਨਾ ਨਹੀਂ ਕੀਤਾ। ਨਹੀਂ, ਜੇ ਸਿੱਖ ਕੌਮ ਚਾਹੁੰਦੀ, ਜਿਹੜੇ ਘਰ 'ਚ ਸਰਦਾਰ ਕਪੂਰ ਸਿੰਘ ਰਹਿੰਦੇ ਸੀ, ਉਹ ਘਰ ਸ਼੍ਰੋਮਣੀ ਕਮੇਟੀ ਜਾਂ ਸਿੱਖ ਸਾਰੇ ਰਲ ਕੇ ਖਰੀਦ ਸਕਦੇ ਸੀ। ਖਰੀਦ ਕੇ ਉੱਥੇ ਪੱਕਾ ਮਿਊਜ਼ੀਅਮ ਬਣ ਸਕਦਾ ਸੀ, ਜਿਵੇਂ ਭਾਈ ਵੀਰ ਸਿੰਘ ਨੇ ਆਪਣਾ ਬਣਾਇਆ ਹੋਇਆ। ਪਰ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਹੈਗਾ। ਅਸੀਂ ਤਾਂ ਆਪਣੀਆਂ ਜੇਬਾਂ ਤੇ ਲੱਗੇ ਹੋਏ ਹਾਂ। ਇਹ ਨਾਲੇ ਤੁਸੀਂ ਬਾਣੀ ਦੇਖਦੇ ਹੋ, ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਜੇ ਇਹ ਕਮਾ ਵੀ ਰਹੇ ਨੇ, ਜਿਹੜੇ ਸੋ-ਕਾਲਡ ਜਥੇਦਾਰ ਨੇ, ਨਾਲ ਤਾਂ ਨਹੀਂ ਜਾਣਾ ਕਿਸੇ ਦੇ ਪੈਸਾ ਇਹ। ਸੋ ਬਾਣੀ ਤੁਸੀਂ ਪੜ੍ਹੀ ਜਾਓ। ਹੁਣ ਵੀ ਜਦੋਂ ਗੱਲਾਂ ਕਰਦੇ ਸਿੱਖਾਂ ਦਾ ਨਾਰੀ ਬਾਰੇ ਕੀ ਸੰਬੰਧ ਆ, ਤੁਕਾਂ ਪੜ੍ਹ ਜਾਣਗੇ। ਤੁਕਾਂ ਤਾਂ ਪੜ੍ਹ ਦਿੰਦੇ ਹੋ, ਕੀਰਤਨ ਕਰਨ ਦਿੰਦੇ ਨਹੀਂ ਕਿਸੇ ਨੂੰ। ਜਿਵੇਂ ਤੁਸੀਂ ਗੱਲ ਕੀਤੀ ਹੈ 84 ਬਾਰੇ, ਵੀ ਸਰਦਾਰ ਕਪੂਰ ਸਿੰਘ ਜੀ ਦਾ ਇਹ ਕਹਿਣਾ ਸੀ, ਪਰ ਸਰਦਾਰ ਕਪੂਰ ਸਿੰਘ ਦਾ 84 ਬਾਰੇ ਕੋਈ ਐਸਾ ਉਸ ਸਮੇਂ ਬਿਆਨ ਆਇਆ ਹੋਵੇ? ਬਿਆਨ ਤਾਂ ਇੱਕ ਵਾਰੀ ਉਹਨਾਂ ਦਾ ਪ੍ਰੈਸ 'ਚ ਹੀ ਆਇਆ ਸੀ ਪਹਿਲਾਂ, ਜਦੋਂ ਉਹ ਬਿਮਾਰ, ਉਹ ਬਾਹਰੋਂ ਉਹਨਾਂ ਜਦੋਂ ਆਏ ਸੀ ਨਾ ਜੀ, ਉਦੋਂ ਹੀ ਇੱਕ ਇੰਟਰਵਿਊ ਛਪੀ ਸੀ। ਮੇਰਾ ਖਿਆਲ ਉਹਦੇ 'ਚ ਇਹੀ ਸੀਗਾ, ਉਹਦਾ ਸਿਰਲੇਖ ਸਾਰੇ ਅਖਬਾਰਾਂ 'ਚ ਆਈ ਸੀ, ਦੁਨੀਆ ਵਿੱਚ ਰਾਜ ਕੇਵਲ ਸਿੱਖ ਕੌਮ ਨੇ ਕੀਤਾ। ਕਹਿੰਦੇ ਬਾਕੀ ਕਿਸੇ ਦੇ ਕੌਮ ਦਾ ਨਾਂ ਨਹੀਂ ਚੱਲਦਾ। ਕਹਿੰਦੇ ਇਹ ਰਾਜ ਨੂੰ ਸਿੱਖਾਂ ਦਾ ਰਾਜ ਕਹਿੰਦੇ ਆ। ਕਹਿੰਦੇ ਬਾਕੀ ਇੰਗਲੈਂਡ ਦੇ ਟੋਰੀਆਂ ਦਾ ਰਾਜ, ਹੋਰਾਂ ਦਾ ਰਾਜ ਐਂ ਕਹਿੰਦੇ ਨੇ, ਵੀ ਉਹਦੇ ਸਿੱਖ ਰਾਜ ਇਹੀ ਸੀ ਨੂੰ ਕਹਿੰਦੇ ਨੇ। ਉਸ ਤਰ੍ਹਾਂ ਦੀਆਂ ਕਾਫੀ ਗੱਲਾਂ ਲਿਖੀਆਂ ਹੋਈਆਂ ਸੀ। ਟੋਰੇ ਬਾਰੇ ਵੀ ਲਿਖਿਆ ਹੋਇਆ ਸੀ। ਕਹਿੰਦੇ ਜਦੋਂ ਮੈਂ ਆਉਂਦਾ, ਮੇਰੇ ਕੋਲੇ ਆਉਂਦੇ ਨੇ, ਸਿੱਖਾਂ ਦੀ ਗੱਲਾਂ ਕਰਦੇ ਨੇ, ਬਾਹਰ ਜਾ ਕੇ ਹੋਰ ਬਿਆਨ ਦੇ ਦਿੰਦੇ ਨੇ। ਇਹ ਗੱਲਾਂ ਆਪਾਂ ਪੂਰੀ ਇੰਟਰਵਿਊ ਦਾ ਨਿਚੋੜ ਇਹ ਕੱਢ ਸਕਦੇ ਹਾਂ ਵੀ ਸਰਦਾਰ ਕਪੂਰ ਸਿੰਘ 84 ਤੋਂ ਪਹਿਲਾਂ ਬਿਮਾਰ ਹੋ ਗਏ ਸੀ। ਹਾਂਜੀ। ਤੇ ਉਹਨਾਂ ਦਾ ਸਰੀਰ ਜਾਂ ਉਹ ਸੋਚਣ ਸ਼ਕਤੀ ਉਸ ਪੱਧਰ ਦੀ ਨਹੀਂ ਸੀ ਰਹੀ। ਇਹ ਕਹਿ ਸਕਦੇ ਆ ਵੀ ਸਮੇਂ ਦੇ ਨਾਲ ਹਰ ਚੀਜ਼ ਦਾ ਫਰਕ ਪੈਂਦਾ। ਖੜ ਗਏ ਸੀ, ਲਿਖਦੇ ਨਹੀਂ ਸੀ, ਲਿਖ ਸਕਦੇ ਨਹੀਂ ਸੀ। ਕਿਉਂਕਿ ਜਦੋਂ ਮੈਂ ਬਿਮਾਰ ਹੋਏ ਮਿਲਣ ਗਿਆ ਸੀ ਨਾ, ਇਹਦਾ ਭਰਾ ਸੀ ਸਰਦਾਰ ਜੀ ਗੰਗਾ ਸਿੰਘ, 10 ਸਾਲ ਛੋਟਾ ਸੀ। ਤੇ ਜਦੋਂ ਸਰਦਾਰ ਜੀ ਪੂਰੇ ਹੋ, ਜਿਸ ਦਿਨ ਪੂਰੇ ਹੋ ਗਏ, ਹੁਣ ਮੈਂ ਉੱਥੇ ਕੁਦਰਤੀ ਰੱਬ ਦੇ ਮੇਲ ਕਰਾਇਆ, ਮੈਂ ਪਹੁੰਚ ਗਿਆ ਸੀ। ਜਦੋਂ ਉਹ ਪੂਰੇ ਹੋ ਚੁੱਕੇ ਸੀ ਤੇ ਨੈਕਸਟ ਡੇ ਖਬਰ ਆਈ ਸੀ ਮੌਤ, ਉਦੋਂ ਸ਼ਾਮ ਨੂੰ ਚਲਾ ਗਿਆ ਸੀ। ਇਹਨਾਂ ਸੰਸਕਾਰ ਸਵੇਰੇ ਹੀ ਕਰਤਾ ਸੀ, ਜਗਦੇਵ ਸਿੰਘ ਤਲਵੰਡੀ ਨੇ ਅੱਗੇ ਹੋ ਕੇ ਕਰਵਾਇਆ ਸੀ। ਤੇ ਨਹੀਂ, ਉਹਦਾ ਭਰਾ ਤਾਂ ਵਿਚਾਰਾ ਜਿਸ ਤਰ੍ਹਾਂ ਹੀ ਸੀਗੇ ਉਸ ਤਰ੍ਹਾਂ ਹੀ ਕਰਨ ਲੱਗਿਆ ਸੀ। ਤੇ ਉਹ ਮੈਨੂੰ ਦੱਸ ਰਹੇ ਸੀ, ਕਹਿੰਦੇ ਜੀ ਜਦੋਂ ਇਹ ਬਿਮਾਰ ਹੋਏ ਕੇ ਉਰੇ ਆਏ ਨੇ, ਕਹਿੰਦੇ ਕਈ ਗੱਲਾਂ ਜ਼ਿੱਦ ਕਰਦੇ ਹੁੰਦੇ ਸੀ, ਕਿਉਂਕਿ ਹੁਣ ਜੋ ਕਈ ਸਿੱਖਾਂ ਨੂੰ ਬੜਾ ਸ਼ੌਕ ਲੱਗਿਆ, ਜਿਹੜੇ ਸਾਰੇ ਸਿੱਖ ਬਕਾਊ ਨਹੀਂ ਹੈਗੇ, ਇਹ ਜਾ ਕੇ ਮੜੀਆਂ 'ਚ ਬੈਠੇ ਰਿਹਾ ਕਰਨ। ਸਰਦਾਰ ਕਪੂਰ ਸਿੰਘ ਕਹਿੰਦਾ ਹੁਣ ਤਾਂ ਉਰੇ ਹੀ ਆਉਣਾ ਜੀ। ਅੱਛਾ, ਸਰਦਾਰ ਕਪੂਰ ਸਿੰਘ ਅਖੀਰਲਾ ਸਮਾਂ ਮੜੀਆਂ ਜਾ ਕੇ ਬਹਿ ਜਾਂਦੇ। ਕਹਿੰਦੇ ਅੱਛਾ, ਫਿਰ ਉਹਨਾਂ ਦੇ ਆਏ ਹੁੰਦਾ ਜੀ, ਉਹ ਤੁਹਾਨੂੰ ਪਤਾ ਪਜਾਮੀ ਦੂਸਰੀ ਪਾਉਂਦੇ ਸੀ ਉਹ। ਕਹਿੰਦੇ ਅਸੀਂ ਕਹਿਣਾ ਜੀ ਹੈਲਪ ਕਰ ਨਾ, ਕਹਿੰਦੇ ਮੈਂ ਆਪ ਪਾਊਂਗਾ। ਉਹ ਟਾਈਮ ਲੱਗਦਾ ਸੀ, ਕਿ ਵਾਰੀ ਬਾਥਰੂਮ ਡਿੱਗ ਪਏ ਜੀ, ਫਿਰ ਨਹੀਂ ਉਹ ਕਰੇ। ਆਪਣੇ ਇਸ ਤਰ੍ਹਾਂ ਕਰਦੇ ਰਹਿੰਦੇ ਸੀ। ਫਿਰ ਡਾਕਟਰ ਨੇ ਕਿਹਾ ਹੋਇਆ ਸੀ ਤੁਸੀਂ ਮਾੜਾ ਮੋਟਾ ਹੱਥ ਚਲਾਉਣ ਵਾਸਤੇ ਕੋਈ ਲਿਖ ਲਿਆ ਕਰੋ, ਕਦੇ ਕਾਪੀਆਂ, ਰਫ ਕਾਪੀਆਂ ਤੇ। ਕਹਿੰਦੇ ਮੈਂ ਹੁਣ ਕੀ ਲਿਖਾਂ, ਕਹਿੰਦੇ ਹੁਣ ਮੈਨੂੰ ਤਾਂ ਕੁਛ ਵੀ ਨਹੀਂ ਆਉਂਦੀ, ਕਿਉਂਕਿ ਦਿਮਾਗ ਤੇ ਉਹੀ ਪਰੇਸ਼ਾਨੀ। ਪਰ ਉਹ ਜਿਹੜੇ ਸਿੱਖ ਸੀ ਨਾ ਜੀ, ਮੈਂ ਇਹਨਾਂ ਬਾਰੇ ਹੋਰ ਸਰੂਪ ਸਿੰਘ ਕੱਲਾ, ਜਿਨ੍ਹਾਂ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਾਨੀ ਮੈਂਬਰਾਂ 'ਚੋਂ, ਸਾਰਿਆਂ ਨੂੰ ਸ਼ੌਕ ਲੱਗਿਆ ਸੀ ਵੀ ਸਾਡੇ ਨਾਲ ਇਹਨਾਂ ਹੋ ਕਿਵੇਂ ਗਿਆ। ਨੋਬਡੀ ਐਕਸਪੈਕਟਡ ਦਿਸ। ਤੇ ਇਹੀ ਗੱਲ, ਉਹ ਸਾਰੇ ਲੋਕਾਂ ਨੂੰ ਇੱਕ ਵਾਰੀ ਸ਼ੌਕ 'ਚ ਉਹ ਤੁਰੇ ਫਿਰਦੇ ਸੀ ਜਿਹੜੇ। ਪਰ ਜਿਹੜੇ ਮੌਜਾਂ ਕਰਨ ਵਾਲੇ ਸੀ, ਉਹਨਾਂ ਨੇ ਮੌਜਾਂ ਹੀ ਕੀਤੀਆਂ ਜੀ। ਹੁਣ ਇਹ ਜੋਧਪੁਰ ਜੇਲ੍ਹ ਥੋੜੀ ਰਹੇ ਨੇ ਜਿਹੜੇ ਲੀਡਰ ਨੇ, ਵਾਹ ਰੈਸਟ ਹਾਊਸ ਹੁੰਦੇ ਸੀ। ਇਹ ਜਿਹੜੇ ਤਾਂ ਆਮ ਮੁੰਡੇ ਰਹੇ ਨੇ ਆਪਣੇ। ਤੁਸੀਂ ਭੋਮੇ ਦੀ ਇੰਟਰਵਿਊ ਦੇਖ ਲਿਓ, ਇੱਥੇ ਕਢਾ ਕੇ ਕਿਸੇ ਕੋਲੇ ਹੋਣੀ ਹੈ। ਜੇਲ੍ਹ 'ਚ ਤਾਂ ਉਹ ਰਹੇ ਨੇ ਆਪਣੇ ਨੌਜਵਾਨ, ਇਹ ਤਾਂ ਬਾਹਰ ਰੈਸਟ ਹਾਊਸਾਂ 'ਚ ਮੌਜਾਂ ਮਾਣਦੇ ਰਹੇ ਨੇ। ਇਸੇ ਦਾ ਇਹਨਾਂ ਇਹੀ ਸਰਕਾਰ ਚਾਹੁੰਦੀ ਹੈ। ਦੇਖੋ ਜਦੋਂ ਆਪਣੇ ਨਾਰਾਇਣ ਸਿੰਘ ਮਹੰਤ ਸੀਗਾ ਪੰਜਾ ਸਾਹਿਬ ਵਾਲਾ, ਉਹਨੂੰ ਉਦੋਂ ਲਾਜਪਤ ਰਾਏ ਵਗੈਰਾ ਹੋਰ ਸਾਰੀ ਕਾਂਗਰਸ ਸਪੋਰਟ ਕਰਦੀ ਸੀ ਉਹਦੀ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੁਸੀਂ, ਤੁਹਾਡੇ ਧੰਨਵਾਦੀ ਹਾਂ। 84 ਬਾਰੇ ਤੁਸੀਂ ਸਾਨੂੰ ਕਾਫੀ ਜਾਣਕਾਰੀਆਂ ਦਿੱਤੀਆਂ ਨੇ। ਸੋ ਦੋਸਤੋ, ਮੈਂ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਲੀਡਰਸ਼ਿਪ ਜਿਹੜੀ ਹੁੰਦੀ ਹੈ, ਬੜਾ ਇੱਕ ਵਾਰੀ ਗੱਲ ਨੂੰ ਸਮਝਿਆ ਜੇ, ਉਹਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਆਪਣੀ ਕੌਮ ਨੂੰ ਆਰਥਿਕ ਪੱਧਰ 'ਤੇ ਕਿਵੇਂ ਮਜ਼ਬੂਤ ਕਰਨਾ ਹੈ, ਆਪਣੀ ਕੌਮ ਨੂੰ ਹਾਲਾਤਾਂ ਨਾਲ ਟਾਕਰਾ ਕਰਨ ਦੇ ਲਈ ਕਿਵੇਂ ਮਜ਼ਬੂਤ ਕਰਨਾ ਹੈ, ਬੜੇ ਉਹਦੇ ਕੌਮੀ ਸਮਾਜਿਕ ਫਰਜ਼ ਹੁੰਦੇ ਨੇ। ਆਪਣੀ ਕੌਮ ਨੂੰ ਮੌਤ ਦੇ ਮੂੰਹ ਵਿੱਚ ਪੈਣ ਤੋਂ ਕਿਵੇਂ ਬਚਾਉਣਾ ਹੈ, ਇਹ ਲੀਡਰਸ਼ਿਪ ਦੇ ਮੁੱਢਲੇ ਫਰਜ਼ ਹੁੰਦੇ ਨੇ। ਪਰ ਬਦਕਿਸਮਤੀ ਇਹ ਹੈ ਵੀ ਜਦੋਂ 84 ਦੀ ਗੱਲ ਕਰੀਏ ਤੇ ਮਨ ਦੇ ਵਿੱਚ ਕਈ ਵਾਰੀ ਖਿਆਲ ਆਉਂਦਾ ਕਿ ਇਹ ਸਾਰਾ ਕੁਝ ਟਾਲਿਆ ਜਾ ਸਕਦਾ ਸੀ। ਪਰ ਸਾਨੂੰ ਐਡਵੋਕੇਟ ਸਾਹਿਬ ਕਹਿੰਦੇ ਜਿਨ੍ਹਾਂ ਨੇ ਟਾਲਣਾ ਸੀ ਉਹ ਤੇ ਕਾਲੇ ਸਨ, ਉਹ ਤੇ ਬਹੁਤ ਜ਼ਿਆਦਾ ਉਤਾਵਲੇ ਸਨ। ਹੁਣ ਤੇ ਚਿੱਠੀਆਂ ਜਨਤਕ ਹੋ ਗਈਆਂ,
ਹੁਣ ਸੈਕੰਡ ਸਵਾਲ ਮਨ ਦੇ ਵਿੱਚ ਕਈਆਂ ਨੇ ਮੇਰੇ ਤੇ ਬੜਾ ਕਿੰਤੂ ਪਰੰਤੂ ਕਰਨਾ। ਦੇਖੋ ਜੀ, ਹਰਪ੍ਰੀਤ ਸਿੰਘ ਮਖੂ ਕਹਿੰਦਾ ਸੀ ਇਹ ਟਾਲਿਆ ਜਾ ਸਕਦਾ ਸੀ, ਇਹ ਕਿਉਂ ਟਾਲਿਆ ਜਾਂਦਾ ਜੀ? ਜੇ ਟਾਲਿਆ ਨਹੀਂ ਸੀ ਜਾ ਸਕਦਾ ਤੇ ਉਸ ਸਮੇਂ ਦੀ ਲੀਡਰਸ਼ਿਪ ਨੂੰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਫਿਰ ਤੁਸੀਂ ਲੜ ਸਕਦੇ ਸੀ? ਜੇ ਟਾਲ ਨਹੀਂ ਸੀ ਸਕਦੇ, ਲੜੇ ਵੀ ਨਹੀਂ, ਟਾਲਿਆ ਵੀ ਨਹੀਂ, ਫਿਰ ਤੁਹਾਡਾ ਰੋਲ ਕੀ ਸੀ? ਸਵਾਲ ਇੱਕ ਬਹੁਤ ਵੱਡਾ ਆ ਜਾਂਦਾ ਹੈ, ਕਿਉਂਕਿ ਜੇ ਤੁਸੀਂ ਹਥਿਆਰਬੰਦ ਸੰਘਰਸ਼ ਦੀ ਮੈਂ ਗੱਲ ਕਰਾਂ, ਲੜਿਆ ਤੁਸੀਂ ਨਹੀਂ, ਉਸ ਸਮੇਂ ਤੁਸੀਂ ਆਪਣਾ ਕੋਈ ਰੋਲ ਅਦਾ ਨਹੀਂ ਕੀਤਾ, ਤੇ ਸਵਾਲ ਪੈਦਾ ਹੋ ਗਿਆ ਵੀ ਤੁਹਾਡਾ ਰੋਲ ਕੀ ਸੀ? ਇਸ ਮੁੱਦੇ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਵਿਊ ਕਰਾਂਗਾ ਤੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕਰਾਂਗਾ ਜੋ ਯੂਥ ਦੇ ਦਿਲੋਂ ਦਿਮਾਗ ਦੇ ਅੰਦਰ ਅਕਸਰ ਚੱਲਦੇ ਰਹਿੰਦੇ ਨੇ। ਬੜੀ ਛੇਤੀ ਦੋਸਤੋ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।